ਬੰਦੋਂ ਵਾਰ ਜਿਸਮਹਿ ਅੰਮ੍ਰਿਤ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਵੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਵਾਹਿਗੁਰੂ ਸਾਹਿਬ ਜੀ ਚੌਪਈ। ਨਿਸਵਾਸਰ ਇਸ ਸਰਸ ਡਰਾਇਓ। ਮੰਦਮਤੀ ਪਾਕੈ ਸੁਭਾਇਓ। ਸੁਨ ਸੁਨ ਆਯੁਰ ਬੀਤਤ ਜਾਈ। ਦਿਨ ਦਿਨ ਦੇਹ ਦਸ਼ਾ ਪਲਟਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਕਰੁਣਾ ਨਿਧਾਨ ਪ੍ਰੀਤਾਂ ਦੇ ਪਹਿਰੇਦਾਰ ਦੁਖੀਆਂ ਨੂੰ ਸੁੱਖ ਦੇਣ ਵਾਲੇ ਬੇਸਹਾਰਿਆਂ ਨੂੰ ਬੇਸਹਾਰਾ ਸਹਾਰੇ ਦੇਣ ਵਾਲੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਹਜ਼ੂਰੀ ਦੇ ਵਿੱਚ ਸੱਜ ਬੈਠੀ ਸਾਧ ਸੰਗਤ ਜੀ, ਜੀ ਆਇਆਂ ਨੂੰ ਜਿਤਨੇ ਕਦਮ ਆਪ ਜੀ ਚੱਲ ਕੇ ਆਏ ਹੋ। ਸਭ ਤੋਂ ਪਹਿਲਾਂ ਸਾਰੀ ਹੀ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਭ ਦੀਆਂ ਝੋਲੀਆਂ ਭਰਨ, ਸਭ ਦੀਆਂ ਆਸਾਂ ਪੂਰੀਆਂ ਕਰਨ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਅੱਜ ਦੇ ਦਿਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਮਹਾਰਾਜ ਹਜ਼ੂਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਗੁਰੂ ਮਹਾਰਾਜ ਜੀ ਦੀ ਮਹਿਮਾ ਆਪ ਸੰਗਤਾਂ ਲੰਮੇ ਸਮੇਂ ਤੋਂ ਸੁਣ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦਾ ਬਿਰਦ ਵੱਡਾ ਹੈ, ਘਰ ਵੱਡਾ ਹੈ, ਸਤਿਗੁਰਾਂ ਦਾ ਜਸ ਵੀ ਬਹੁਤ ਵੱਡਾ ਹੈ। ਜੋ ਵਡਭਾਗੇ ਹੀ ਸੁਣਦੇ। ਮਹਾਰਾਜ ਕਹਿੰਦੇ ਘਰ ਵੀ ਵੱਡਾ, ਜਸ ਵੀ ਵੱਡਾ, ਦਰਬਾਰ ਵੀ ਵੱਡਾ, ਤੇ ਜਿਹੜੇ ਤੇਰੇ ਨਾਲ ਜੁੜ ਜਾਂਦੇ ਆ, ਵੱਡਿਆਂ ਨਾਲ ਜੁੜ ਕੇ ਛੋਟੇ ਵੀ ਵੱਡੇ ਹੋ ਜਾਂਦੇ ਹਨ। ਸੋ ਸਤਿਗੁਰੂ ਮਹਾਰਾਜ ਅਸੀਂ ਵੀ ਤੇਰੇ ਨਾਲ ਵੱਡੇ ਹਾਂ। ਜਿੱਥੇ ਤੈਨੂੰ ਨਮਸਕਾਰ ਹੁੰਦੀ ਉੱਥੇ ਸਾਨੂੰ ਵੀ ਨਮਸਕਾਰ। ਜਿੱਥੇ ਤੇਰੇ ਸੀਸ 'ਤੇ ਚੰਦੋਆ ਲੱਗਾ ਉੱਥੇ ਸਾਡੇ ਸੀਸ 'ਤੇ ਵੀ ਚੰਦੋਆ। ਜਿੱਥੇ ਸਤਿਗੁਰੂ ਤੈਨੂੰ ਵੀ ਚੌਰ ਹੁੰਦਾ ਉੱਥੇ ਸਾਨੂੰ ਵੀ ਚੌਰ ਹੁੰਦਾ ਹੈ। ਜਿੱਥੇ ਸੰਗਤਾਂ ਤੈਨੂੰ ਫੁੱਲਾਂ ਦੀ ਵਰਖਾ ਕਰਦੀਆਂ ਉੱਥੇ ਨਾਲ ਸਾਡੇ ਉੱਤੇ ਵੀ ਹੋ ਜਾਂਦੀ ਹੈ। ਸਤਿਗੁਰੂ ਕਿੰਨਾ ਪਿਆਰ ਕੀਤਾ। ਕਈ ਵਾਰੀ ਬੰਦਾ ਨਾ ਚਿੰਤਾ ਦੇ ਵਿੱਚ ਆ ਕੇ ਵਜ਼ੀਰ ਹੋ ਕੇ ਵੀ ਕਈ ਵਾਰੀ ਆਪਣੇ ਆਤਮ ਬਲ ਤੋਂ ਡਿੱਗ ਪੈਂਦਾ। ਪਰ ਕਈ ਵਾਰੀ ਆਉਂਦਾ ਸਤਿਗੁਰੂ ਮਹਾਰਾਜ ਕਹਿੰਦੇ ਤੂੰ ਦੱਸ ਤੇਰੇ ਵਿੱਚ ਮੈਂ ਫਰਕ ਕਦੋਂ ਪਾਇਆ। ਜਦੋਂ ਤਾਬਿਆ ਗੁਰੂ ਕਾ ਸਿੰਘ ਬੈਠਾ ਹੁੰਦਾ ਤੇ ਨਾਲ ਹੀ ਮਹਾਰਾਜ ਨੂੰ ਤਾਂ ਨਮਸਕਾਰ ਹੋਣੀ, ਉਹਨੂੰ ਵੀ ਨਾਲ ਹੀ ਸੰਗਤ ਕਰਦੀ ਹੈ। ਇਸੇ ਤਰ੍ਹਾਂ ਜਦੋਂ ਚੌਰ ਕਰਦਾ ਕੋਈ, ਕਈ ਵਾਰੀ ਸਿੰਘ ਬੈਠਾ ਉਹਦੇ ਉੱਤੇ ਵੀ ਚੌਰ ਹੋ ਰਿਹਾ। ਇੰਨਾ ਸਤਿਕਾਰ, ਇੰਨੀ ਭਾਵਨਾ, ਇੰਨੀ ਤਾਂ ਕਿਸੇ ਰਾਜੇ ਮਹਾਰਾਜੇ ਦੇ ਘਰ ਨਹੀਂ ਹੈ। ਇਹ ਮਹਾਰਾਜ ਸਾਹਿਬ ਜੀ ਨੇ ਸਪੈਸ਼ਲ ਬਖਸ਼ਿਸ਼ ਕੀਤੀ ਹੈ। ਪਰ ਪਤਾ ਨਹੀਂ ਕਿਉਂ
ਇਸ ਵਜ਼ੀਰੀ ਨੂੰ ਆਉਣ ਵਾਲੇ ਸਮੇਂ 'ਚ ਕੋਈ ਵੀ ਬੱਚਾ ਨਹੀਂ ਲੈ ਕੇ ਰਾਜੀ। ਜਿਹੜੀਆਂ ਨਕਲੀ ਵਜ਼ੀਰੀਆਂ, ਨਕਲੀ ਕੁਰਸੀਆਂ, ਉਹ ਪੜ੍ਹਾਈ ਸਾਰੇ ਹੀ ਕਰਦੇ ਆ। ਐਸੀ ਪੜ੍ਹਾਈ ਜਿਹੜੀ ਸਤਿਗੁਰੂ ਤੁਹਾਡੇ ਨਾਲ ਮਿਲਾ ਦੇਵੇ, ਉਹ ਗੁਰੂ ਸੰਗਤ ਵਿੱਚ ਹੁੰਦੀ ਹੈ। ਆਓ ਸਾਧ ਸੰਗਤ ਜੀ, ਮਹਾਰਾਜ ਸਾਹਿਬ ਨੂੰ ਬੇਨਤੀ ਕਰੀਏ, ਸਤਿਗੁਰੂ ਕਿਰਪਾ ਕਰੋ। ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜਨ ਕਹਿੰਦੇ ਮਹਾਰਾਜ ਇਹੋ ਜਿਹੀ ਪੜ੍ਹਾਈ ਮੈਂ ਤੇ ਕਰਨੀ ਨਹੀਂ। ਜਿਸ ਪੜ੍ਹਾਈ ਦੇ ਨਾਲ ਮੈਨੂੰ ਸਹਿਜ ਹੀ ਨਾ ਆਵੇ, ਰਸ ਹੀ ਨਾ ਆਵੇ, ਮੇਰੇ ਤੇ ਨੂਰ ਹੀ ਨਾ ਰੱਬ ਦਾ ਪੈਦਾ ਹੋਵੇ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਐਸੀ ਪੜ੍ਹਾਈ ਪੜ੍ਹਾਉਂਦੇ ਨੇ। ਆਓ ਸਾਰੀ ਸੰਗਤ ਰਲ ਕੇ ਪੜ੍ਹੀਏ। ਸਤਿਗੁਰੂ ਮਹਾਰਾਜ ਕਹਿੰਦੇ ਇਹ ਪੇਪਰ ਹੈ ਸਿੱਖੀ ਦਾ। ਜਿਹਨੂੰ ਪੜ੍ਹਨਾ ਆ ਗਿਆ ਉਹਦੇ ਲੋਕ ਸੁਖੀਏ, ਲੋਕ ਸੁਖੀਏ। ਨਾਨਕ ਹਰਿ ਪ੍ਰਭ ਆਪੇ ਮਿਲੇ। ਵਾਹਿਗੁਰੂ ਵਾਹਿਗੁਰੂ ਪ੍ਰੀਤਮ ਪਿਆਰਾ, ਮੇਰਾ 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 ਪ੍ਰੀਤਮ ਪਿਆਰਾ। ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ।
प्रीतम प्यारा, मेरा 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 प्रीतम प्यारा। धन गुरु अर्जन साहिब महाराज सच्चे पातशाह। कोई आन मिलावे मेरा प्रीतम, आन तिस पै आप कहते महाराज मैं अपना आप ही ਵੇਚ ਦਿਆਂ। ਤੁਸੀਂ ਵੇਚ ਸਕਦੇ ਆ ਆਪਣਾ ਆਪ ਨਾ? घर ਵੇਚ ਸਕਦੇ ਆ, ਸੋਨਾ ਵੇਚ ਸਕਦੇ ਆ, ਜ਼ਮੀਨ ਵੇਚ ਸਕਦੇ, ਪਰ ਆਪਣਾ ਆਪ ਨਹੀਂ ਕੋਈ ਵੇਚ ਸਕਦਾ। ਪਰ ਜਦੋਂ ਇਤਿਹਾਸ ਪੜ੍ਹ ਲੈਂਦੇ ਨਾ ਆਪਾਂ, ਉੱਥੇ ਆਪਣਾ ਆਪ ਵੀ ਵੇਚਿਆ ਇਤਿਹਾਸ ਦੇ ਵਿੱਚ। ਜਦੋਂ ਸੇਠ ਟੋਡਰ ਮੱਲ ਨੇ ਬਾਪੂ ਦੇ ਲਾਲਾਂ ਤੇ ਮਾਤਾ ਲਈ ਜਗ੍ਹਾ ਖਰੀਦੀ ਸੀ ਨਾ, 78,000 ਮੋਹਰ ਇਕੱਠੀ ਕੀਤੀ। ਅੱਜ ਦਾ 2 ਅਰਬ ਤੇ 50 ਕਰੋੜ ਰੁਪਈਆ। ਤੇ ਗੋਰੇ ਵੀ ਉਸ ਜਗ੍ਹਾ ਨੂੰ ਵੇਖਣ ਆਉਂਦੇ, ਕਿਉਂਕਿ ਅਮਰੀਕਾ ਵਿੱਚ ਵੀ ਆਪਣਾ ਘਰ ਲੈਣਾ ਹੋਵੇ ਤੇ 3-4 ਕਰੋੜ 'ਚ ਵਧੀਆ ਸੈਟਿੰਗ ਹੋ ਜਾਂਦੀ ਹੈ। ਪਰ ਉਹ ਵੀ ਜਦੋਂ ਰਿਸਰਚ ਕਰਦੇ ਦੁਨੀਆ ਦੇ ਅਜੂਬਿਆਂ ਦੀ, ਤੇ ਕਹਿੰਦੇ ਉਹ ਧਰਤੀ ਕਿਹੜੀ ਜਿਹੜੀ ਪੂਰੇ ਵਰਲਡ ਦੇ ਵਿੱਚ ਸਭ ਤੋਂ ਮਹਿੰਗੀ ਹੈ, ਉਹ ਹੈ ਧੰਨ ਸ੍ਰੀ ਫਤਿਹਗੜ੍ਹ ਸਾਹਿਬ। ਇੱਕ ਮੰਜੀ ਜਿੰਨੀ ਜਗ੍ਹਾ, ਜਿੰਨੇ ਥਾਂ 'ਚ ਦਾਸ ਬੈਠੇ ਆ ਨਾ, ਇੰਨੀ ਜਗ੍ਹਾ ਦਾ ਮੁੱਲ 2 ਅਰਬ 50 ਕਰੋੜ ਅੱਜ ਦੀ ਤਰੀਕ ਦੇ ਵਿੱਚ ਹੈ। ਤੇ ਫਤਿਹਗੜ੍ਹ ਸਾਹਿਬ ਸ਼ਾਇਦ ਸਾਡੇ ਬੱਚਿਆਂ ਨੂੰ ਨਾਮ ਪਤਾ ਹੋਵੇ, ਕਿਉਂਕਿ ਬੱਚਿਆਂ ਨੂੰ ਭੁੱਲ ਚੱਲਿਆ ਇਤਿਹਾਸ। ਕੈਨੇਡਾ ਦੇ ਵਿੱਚ ਇੰਟਰਵਿਊ ਸੀ ਤੇ ਸਾਡੇ ਬੱਚੇ ਬੱਚੀਆਂ ਬਹੁਤ ਗਏ, ਤੇ ਉਹ ਉੱਥੇ ਨਗਰ ਕੀਰਤਨ ਨਿਕਲਿਆ, ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ। ਤੇ ਉਹ ਇੱਦਾਂ ਵਾਰ-ਵਾਰ ਪੁੱਛੇ ਕਿ ਕਹਿੰਦੇ ਬੇਟਾ ਕਿੱਥੋਂ ਆਏ? ਕਹਿੰਦੇ ਗੁਰਦਾਸਪੁਰ ਤੋਂ। ਕਹਿੰਦੇ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਕਿੰਨੇ? ਕਹਿੰਦੀ 5। ਕੋਈ ਕਹਿੰਦਾ ਪਿਆਰੇ ਕਿੰਨੇ? ਕਹਿੰਦੇ ਜੀ 7 ਨਾਲ ਦੰਦੀਆਂ ਕੱਢੀ ਜਾਣ। ਕਹਾਣੀ ਖਤਮ ਹੈ। ਤੋ ਇਸ ਕਰਕੇ ਸਾਨੂੰ ਸਾਡਾ ਇਤਿਹਾਸ ਹੀ ਭੁੱਲ ਗਿਆ। ਤੇ ਜਿਹਨੂੰ ਆਪਾਂ ਪਿਆਰ ਕਰੀਏ ਉਹਦੇ ਤਾਂ ਲੀੜੇ ਕੱਪੜੇ ਨਹੀਂ ਭੁੱਲਦੇ, ਤੇ ਉਹਦਾ ਚੇਤਾ ਕਿੱਥੋਂ ਭੁੱਲ ਜੂਗਾ? ਹੁਣ ਸਾਨੂੰ ਮਹਾਰਾਜ ਦਾ ਪਿਆਰ ਭੁੱਲ ਗਿਆ। ਇੱਥੇ ਗੱਲ ਚੱਲੀ ਪਿਆਰ ਦੀ। ਆਪਾਂ ਸਾਰਿਆਂ ਨੇ ਪੜ੍ਹਿਆ ਕੋਈ ਆਣ, ਕਹਿੰਦੇ ਕੋਈ ਮੈਨੂੰ ਮਿਲਾ ਦੇ, ਬਸ ਇੱਕ ਵਾਰ ਮਿਲਾ ਦੇ, ਤੇ ਜੇ ਉਹ ਭੇਟਾ ਮੰਗੇ ਤੇ ਮੈਂ ਆਪਣਾ ਆਪ ਵੇਚ ਦਿਆਂ। ਤੇ ਜਦੋਂ ਉਹਨਾਂ ਨੇ ਮੋਹਰਾਂ ਰੱਖੀਆਂ ਸੀ ਤੇ ਉਹਨਾਂ ਦੀ ਨੀਤ ਬਦਲ ਗਈ। ਕਹਿੰਦੇ ਇਹ ਕੀ ਕੀਤਾ? ਅਸੀਂ ਮੋਹਰਾਂ ਵਿਛਾ ਕੇ ਨਹੀਂ, ਖੜੀਆਂ ਕਰਕੇ ਆਖਿਆ ਸੀ। ਤੇ ਫਿਰ ਇੱਥੋਂ ਤੱਕ ਇਤਿਹਾਸ ਕਹਿੰਦੇ ਆ ਵੀ ਉਹਦਾ ਘਰ ਵਿਕ ਗਿਆ, ਜ਼ਮੀਨ ਵਿਕ ਗਈ, ਭਾਂਡੇ ਵਿਕ ਗਏ, ਸੋਨਾ ਵਿਕ ਗਿਆ, ਫਿਰ ਵੀ ਮੋਹਰਾਂ ਥੁੜਦੀਆਂ ਨੇ। ਫਿਰ ਉਹਨਾਂ ਦੋਵਾਂ ਜੀਆਂ ਨੇ ਆਪਣਾ ਜਿਸਮ ਵੇਚਿਆ। ਮੰਨਦੇ ਹੋ? ਉਹ ਕਿੱਦਾਂ ਵੇਚਿਆ? ਕਹਿਣ ਲੱਗੇ ਕੋਈ ਨੌਕਰ ਰੱਖ ਲਓ, ਸਾਰੀ ਜ਼ਿੰਦਗੀ ਜਿੰਨੇ ਸਵਾਸ ਹੈ ਰੋਟੀਆਂ ਲਾਵਾਂਗੇ, ਭਾਂਡੇ ਧੋ ਕੇ ਝਾੜੂ ਫੇਰਾਂਗੇ, ਕੋਈ ਪੈਸਾ ਨਾ ਦਿਓ, ਪਰ ਅੱਜ ਮੋਹਰਾਂ ਪੂਰੀਆਂ ਕਰ ਦਿਓ। ਉਹ ਆਪਣਾ ਆਪ ਵੀ ਵੇਚ ਗਏ ਸੀ। ਤੇ ਫਿਰ ਜਾ ਕੇ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਕਿਤੇ ਨਾ ਕਿਤੇ ਦੁੱਖ ਜ਼ਰੂਰ ਆਉਂਦਾ। ਮੈਂ ਸਤਿਕਾਰ ਬਹੁਤ ਕਰਦਾ ਮਹਾਂਪੁਰਖਾਂ ਦਾ, ਪਰ ਜਦੋਂ ਅੱਜ ਵੀ ਆਪਾਂ ਜਾਵਾਂਗੇ ਤੇ ਸੇਠ ਟੋਡਰ ਮੱਲ ਦੀ ਹਵੇਲੀ ਨੂੰ ਵੇਖ ਕੇ ਰੋਣ ਆਉਂਦਾ ਵੀ ਅਸੀਂ ਬਾਥਰੂਮ ਇੰਨੇ ਸੋਹਣੇ ਬਣਾਤੇ ਨਾ। ਜਿੱਦਾਂ ਇੱਕ ਪਿੱਛੇ ਜੇ ਕਿਸੇ ਦੀ ਹਾਸੇ ਦੀ ਗੱਲ ਸੀ, ਕਹਿੰਦਾ ਕੋਠੀ ਵਿਖਾਉਂਦਾ ਤੇ ਵਾਸ਼ਰੂਮ ਲੈ ਗਿਆ। ਕਹਿੰਦੇ ਜੀ ਨਵੇਂ ਬਣਾਏ ਆ, ਉਹਦੇ ਵਿੱਚ ਇੱਦਾਂ ਦੀ ਟਾਇਲ ਲੱਗੀ, ਉਹਦੇ 'ਚ ਮੂੰਹ ਦਿਸੇ। ਤੇ ਜਿਹੜਾ ਮੇਰੇ ਵਰਗਾ ਨਾਲ ਨਿਕੰਮਾ ਗਿਆ ਸੀ, ਉਹਦਾ ਵੀ ਦਿਮਾਗ ਹੈ ਨਹੀਂ। ਉਹ ਕਹਿੰਦਾ ਜੀ ਕਿੱਦਾਂ ਲੱਗਾ ਬਾਥਰੂਮ? ਕਹਿੰਦਾ ਬੱਲੇ ਬੱਲੇ ਬੱਲੇ, ਇੰਨਾ ਸੋਹਣਾ ਬਣਾਇਆ, ਜੀ ਕਰਦਾ ਭੁੰਜੇ ਬਹਿ ਕੇ ਖਾਈ ਜਾਓ। ਵੀ ਆ ਖਾਣ ਵਾਲੀ ਚੀਜ਼ ਆ, ਬੁੱਧੀ ਭ੍ਰਸ਼ਟਾ। ਇਸ ਕਰਕੇ ਲਾਗੇ ਘੋਰ ਸੀ। ਕਹਿੰਦਾ ਗੁੱਸਾ ਨਾ ਕਰੀ। ਕਹਿੰਦਾ ਕੀ ਹੋਇਆ? ਕਹਿੰਦਾ ਤੇਰੀ ਭੈਣ ਦੇ ਕੋਠੇ ਕੱਚੇ ਆ, ਜਦੋਂ ਮੀਂਹ ਪੈਂਦਾ ਉਹਨਾਂ ਦੀ ਛੱਤ ਚੁੰਦੀ, ਤੇ ਜੇ ਤੂੰ ਮੇਰੀ ਮਾਈਂਡ ਨਾਲ ਸੋਚੇ ਤੇ ਤੂੰ ਇੰਨਾ ਸੋਹਣਾ ਬਾਥਰੂਮ ਤੇ ਕਿੰਨੇ ਪੈਸੇ ਲਾਏ? ਕਹਿੰਦਾ 25 ਲੱਖ। ਮੰਨਦੇ ਹੋ? ਇਕੱਲੇ ਬਾਥਰੂਮ ਤੇ 25 ਲੱਖ ਰੁਪਈਆ।
ਤੇ ਕਹਿੰਦਾ ਜੇ ਕਮਲਿਆ 5 ਲੱਖ 'ਚ ਆਪਣੀ ਭੈਣ ਦੇ 2 ਕਮਰਿਆਂ 'ਤੇ ਲੈਂਟਰ ਪਾ ਦਿੰਦਾ, ਤੇਰਾ ਰੱਬ ਦੇ ਘਰ ਥਾਂ ਬਣ ਜਾਂਦਾ। ਕਹਿੰਦੇ ਜਾ ਪਰੇ, ਤੈਨੂੰ ਤਾਂ ਸੱਦਣਾ ਹੀ ਨਹੀਂ ਸੀ, ਤੂੰ ਤਾਂ ਵੇਖ ਕੇ ਮੈਨੂੰ ਜਰਦਾ ਹੀ ਨਹੀਂ। ਇਹ ਗੱਲ ਸੱਚੀ ਹੈ। ਸਭ ਤੋਂ ਵੱਡਾ ਦਾਨ ਹੈ ਧੀ ਭੈਣ ਨੂੰ ਪਿਆਰ ਦੇਣਾ, ਅਤੇ ਸਭ ਤੋਂ ਵੱਡਾ ਪਾਪ ਹੈ ਕਿਸੇ ਧੀ ਭੈਣ ਦਾ ਪੈਸਾ ਖਾਣਾ। ਇਹ 2 ਚੀਜ਼ਾਂ ਗੁਰੂ ਗੋਬਿੰਦ ਸਿੰਘ ਨੇ ਰਹਿਤਨਾਮੇ 'ਚ ਲਿਖੀਆਂ। ਮਾਰੇ ਕਹਿੰਦੇ ਧੀ ਭੈਣ ਕਾ ਪੈਸਾ ਖਾਏ, ਗੋਬਿੰਦ ਸਿੰਘ ਧੱਕੇ ਜਮ ਲਾਏ। ਇਹ ਭਾਵੇਂ ਹੱਸ ਕੇ ਵੇਖ ਲਓ, ਰੋ ਕੇ। ਮਾਰੇ ਕਹਿੰਦੇ ਬਹੁਤ ਕੁੱਟ ਪੈਣੀ ਤੁਹਾਨੂੰ ਜਿਹੜੇ ਬੱਚੀਆਂ ਦਾ ਹੱਕ ਖਾਂਦੇ ਹੈ। ਤੇ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਦੀ ਨਿਰਾਲੀ ਕਥਾ, ਜਿਨ੍ਹਾਂ ਨੇ ਆਪਣੇ ਪਿਆਰੇ ਨੂੰ ਪਿਆਰ ਕੀਤਾ, ਉਹਨਾਂ ਨੇ ਆਪਣਾ ਆਪ ਵੇਚਤਾ। ਆਪਣਾ ਆਪ ਵੇਚ ਕੇ ਫਿਰ 78,000 ਮੋਹਰ ਵਿਛੀ ਸੀ, 2 ਅਰਬ 50 ਕਰੋੜ। ਫਿਰ ਜਾ ਕੇ ਗੁਰੂ ਦੇ ਲਾਲਾਂ ਦਾ ਸੰਸਕਾਰ ਹੋਇਆ। ਉਹਨਾਂ ਨੇ ਪੰਗਤੀ ਪੂਰੀ ਹੰਢਾਈ। ਆਪਾਂ ਤੇ ਇਕੱਲੀ ਪੜ੍ਹ ਕੇ ਤੁਰ ਜਾਣਾ ਨਾ, ਕੋਈ ਆਣ ਮਿਲਾਵੇ ਹੁਣ ਤਿਸ ਪੈ ਆਪ ਵੇਚਾਈ। ਇਹਨੇ ਮੈਂ ਆਪਣਾ ਆਪ ਵੇਚ ਦਿਆਂ, ਦਰਸ਼ਨ ਹਰ ਦੇਖਣ ਕੈ ਤਾਈ। ਬਸ ਮੈਨੂੰ ਇੱਕ ਵਾਰੀ ਦੀਦਾਰ ਹੋ ਜਾਣ ਸਤਿਗੁਰੂ ਆਪ ਜੀ ਦੇ। ਚੌਪਈ ਨਿਸ ਬਾਸਰ ਇਸ ਸਰਸ ਡਰਾਇਓ। ਕਹਿੰਦੇ ਪਾਂਧਾ ਗੋਪਾਲ ਜੀ ਕਹਿ ਰਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਮੈਨੂੰ ਬੜਾ ਡਰ ਲੱਗਦਾ ਹੈ, ਰਾਤ ਨੂੰ ਵੀ ਤੇ ਦਿਨੇ ਵੀ। ਹਾਂਜੀ ਮੰਦਮਤੀ ਭਾਵੇ ਸੁਖ ਲਾਇਓ। ਤੇ ਮਹਾਰਾਜ ਕਹਿੰਦੇ ਡਰ ਪਤਾ ਕਿਉਂ? ਉਹਨਾਂ ਨੂੰ ਲੱਗਦਾ ਜਿਹੜੇ ਰੱਬ ਨੂੰ ਭੁੱਲ ਹੀ ਗਏ ਨੇ, ਜਿਨ੍ਹਾਂ ਨੇ ਕਦੇ ਪਿਆਰੇ ਨੂੰ ਯਾਦ ਨਹੀਂ ਕੀਤਾ। ਕਹਿੰਦੇ ਬਸ 1-1 ਮਿੰਟ ਕਰਕੇ ਤੇਰੀ ਜ਼ਿੰਦਗੀ ਲੰਘਦੀ ਜਾਂਦੀ ਹੈ। ਜਿੱਦਾਂ ਇੱਕ ਮਾਂ ਬੱਚੇ ਨੂੰ ਖਿਡਾ ਰਹੀ ਹੈ, ਲਾਡ ਕਰ ਰਹੀ ਹੈ। ਇੱਕ ਰੱਬ ਦਾ ਫਕੀਰ ਕਹਿੰਦਾ ਮਾਂ ਬੜੀ ਖੁਸ਼ ਹੈ, ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ। ਫਕੀਰ ਕਹਿੰਦਾ ਫਿਰ ਰੋਲਾ, ਕਹਿੰਦੀ ਕਾਹਤੋਂ ਮਰ ਜੇ ਸੁੱਖੀ ਸੰਦੀ ਰੋਵਾਂ। ਕਹਿੰਦੇ ਤੂੰ ਹੱਸਦੀ, ਇਹਦੀ ਉਮਰ ਵੱਡੀ ਹੋ ਰਹੀ, ਮੈਨੂੰ ਲੱਗਦਾ ਇਹਦੀ ਘਟਦੀ ਜਾ ਰਹੀ ਹੈ। ਵੀ ਜੇ ਇਹਦੀ 50 ਸਾਲ ਅਤੇ 5 ਦਾ ਹੋ ਗਿਆ, ਅਤੇ 5 ਦੇ ਵਿੱਚੋਂ ਨਿਕਲ ਗਏ 45 ਰਹਿ ਗਏ। ਫਕੀਰਾਂ ਦੀ ਅੱਖ ਹੋਰ ਹੁੰਦੀ, ਆਪਣੀ ਹੋਰ ਹੈ। ਤੋ ਇਸ ਕਰਕੇ ਬਾਣੀ ਵੀ ਕਹਿੰਦੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ, ਪਰ ਕਹਿੰਦੇ ਇਤਨਾ ਕੁ ਨਾ ਜਾਣੈ ਜੇ ਦਿਨ ਦਿਨ ਅਵਧ ਘੜਤ ਹੈ। ਕਹਿੰਦੇ ਬੰਦਾ ਥੱਲੇ ਬੈਠਾ ਮਾਇਆ ਗਿਣਦਾ ਵੀ ਅੱਜ ਇੰਨੀ ਬਣ ਗਈ, ਅੱਜ ਇੰਨੇ ਕਮਾ ਲਏ। ਕਹਿੰਦੇ ਰੱਬ ਉੱਤੇ ਸਵਾਸ ਗਿਣਦਿਆ ਤੇਰੇ। ਤੂੰ ਥੱਲੇ ਕਾਰੋਬਾਰ ਗਿਣੀ ਜਾ ਵੀ ਐਤਕੀ 2 ਕਿੱਲੇ ਹੋਰ ਲੈ ਲਏ ਐ, ਅੱਗੇ 5 ਸੀ, ਐਤਕੀ 2 ਪਲਾਟ ਹੋਰ ਲੈ ਲਏ। ਅਤੇ ਰੱਬ ਕਹਿੰਦਾ ਕਮਲਿਆ ਬੰਦਗੀ ਕਰ ਲਾ, ਤੂੰ ਪੈਸੇ ਗਿਣੀ ਜਾਂਦਾ, ਮੈਂ ਤੇਰੇ ਸਵਾਸ ਗਿਣਦਿਆ ਏ। ਜਿੱਦਣ ਤੇਰੇ ਸਵਾਸ ਪੂਰੇ ਹੋ ਗਏ ਤੂੰ ਬਣਾਉਂਦਾ ਹੀ ਰਹਿ ਜਾਣਾ, ਅਤੇ ਮੈਂ ਤੈਨੂੰ ਸੱਦਾ ਦੇ ਕੇ ਲੈ ਜਾਣਾ। ਅਤੇ ਕਈਆਂ ਨਾਲ ਇੱਦਾਂ ਹੀ ਹੁੰਦਾ, ਵਿਚਾਰੇ ਬਣਾਉਂਦੇ ਹੀ ਰਹਿ ਜਾਂਦੇ, ਵਸਣ ਦਾ ਟਾਈਮ ਹੀ ਨਹੀਂ ਮਿਲਦਾ। ਇਸ ਕਰਕੇ ਆਪਾਂ ਸਾਰੇ ਮੇਲੇ ਆਏ ਭਾਈ। ਮਹਾਰਾਜ ਦੀ ਬਾਣੀ ਕਹਿੰਦੀ ਸੇਵਾ ਕਰੋ, ਸੰਗਤ ਵਿੱਚ ਆਇਆ ਕਰੋ, ਹੱਸੋ ਖੇਡੋ, ਪਤਾ ਨਹੀਂ ਕਦੋਂ ਸੱਦੇ ਆਉਣੇ। ਸੱਦੇ ਆਏ ਅਤੇ ਬੁੱਕਲਾਂ ਮਾਰ ਤੁਰਨਾ। ਜੋ ਲਿਖਿਆ ਵਿੱਚ ਮੁਕੱਦਰਾਂ ਦੇ, ਉਹੀਓ ਤੂੰ ਸਹਿਣਾ ਅਤੇ ਉਹੀਓ ਤੇਰਾ ਮੇਰਾ ਮੁਸਾਫਰਾ ਕੀ ਝਗੜਾ। ਨਾ ਤੂੰ ਰਹਿਣਾ ਨਾ ਮੈਂ ਰਹਿਣਾ। ਇਸ ਕਰਕੇ ਮਹਾਰਾਜ ਕਹਿੰਦੇ ਪਾਂਧਾ ਜੀ ਬਹੁਤ ਤੇਜ਼ੀ ਦੇ ਨਾਲ ਸਮਾਂ ਲੰਘ ਰਿਹਾ ਹੈ। ਕਹਿੰਦੇ 1-1 ਦਿਨ ਕਰਕੇ ਸਰੀਰ ਦੀ ਦਸ਼ਾ ਬਦਲ ਰਹੀ ਹੈ। ਛੋਟਾ ਹੁੰਦਾ ਕਿੰਨਾ ਸੋਹਣਾ ਸੀ, ਜਵਾਨੀ 'ਚ ਹੋਰ ਭਰ ਗਿਆ, ਹੁਣ ਢਲਣਾ ਸ਼ੁਰੂ ਹੋ ਗਿਆ। ਬਥੇਰਾ ਵਿਚਾਰਾ ਲਿੰਬ ਪੋਚ ਕਰਦਾ ਵੀ ਜਵਾਨ ਰਵਾਂ, ਪਰ ਜਵਾਨੀ ਤਾਂ ਰੱਬ ਦੇ ਹੱਥ ਸੀ ਨਾ। ਨਕਲੀ ਚਿਹਰਾ ਤਿਆਰ ਥੋੜ੍ਹਾ ਕੀਤਾ ਜਾਂਦਾ ਜਿਹੜਾ ਰੱਬ ਨੇ ਤਿਆਰ ਕੀਤਾ ਹੋਵੇ। ਇਸ ਕਰਕੇ ਮਾਰੀ ਕਹਿੰਦੇ ਪਾਂਧਾ ਜੀ ਫੜ ਫੜ ਰਹੀ ਧਰੀਕ ਸਮੇਂ, ਰਹੀ ਵਾਸਤੇ ਘੱਤ ਸਮੇਂ ਨੇ। ਕਹਿੰਦੇ ਬੜਾ ਰੋਕਣ ਦਾ ਯਤਨ ਕੀਤਾ ਵੀ ਕਿਤੇ ਘੜੀ ਰੁਕ ਜੇ, ਪਰ ਕਿੱਥੇ ਰੁਕਦੀ ਹੈ। ਦਿੱਤਾ ਜ਼ਹਿਰ ਤਕਦੀਰ ਨੇ ਹਸਨ ਤਾਈਂ, ਬਹੁਤ ਸੋਹਣਾ ਸੀ ਹਸਨ, ਉਹਨੂੰ ਜ਼ਹਿਰ ਦੇਤਾ ਸੀ। ਕਹਿੰਦੇ ਦਿੱਤਾ ਜ਼ਹਿਰ ਤਕਦੀਰ ਨੇ ਹਸਨ ਤਾਈਂ, ਸਿਰ ਸ਼ਾਹ ਹੁਸੈਨ ਦਾ ਕੱਟਦੀ ਹੈ। ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ, ਤਕਦੀਰ ਕਿੱਥੇ ਪਿੱਛੇ ਹਟਦੀ ਹੈ। ਤਕਦੀਰ ਚੰਗੀ ਤਕਦੀਰ ਮਾੜੀ, ਧੌਣ ਇਸ ਤਕਦੀਰ ਅੱਗੇ ਝੁਕ ਜਾਂਦੀ। ਸਿਆਣੇ ਕਹਿੰਦੇ ਨਾ ਮਿੱਟੀ ਦੇਵਤਿਆਂ ਤੋਂ ਵੱਡਿਆਂ ਵੱਡਿਆਂ ਦੇ ਮੂਹਰੇ। ਜਿਹਦੇ ਉੱਤੇ ਤਕਦੀਰ ਕਰੋਪ ਹੋ ਜੇ, ਨਬਜ ਵੈਦਾਂ ਦੀ ਫੜੀ ਵੀ
ਜਦੋਂ ਕੋਈ ਵੀ ਪੇਸ਼ ਨਹੀਂ ਚੱਲਦੀ ਸਜਣਾ ਗੱਲ ਆਣ ਤਕਦੀਰ ਤੇ। ਜਦੋਂ ਬੰਦੇ ਦੀ ਕੋਈ ਪੇਸ਼ ਨਹੀਂ ਜਾਂਦੀ ਤਾਂ ਉਹਦੀ ਇੱਕੋ ਹੀ ਗੱਲ ਕਹਿੰਦਾ, ਮੇਰੇ ਕਰਮ ਮੇਰੀ ਤਕਦੀਰ 'ਚ ਹੀ ਲਿਖਿਆ ਹੋਵੇਗਾ। ਤੇ ਇਸ ਕਰਕੇ ਮਹਾਰਾਜ ਪਾਂਧੇ ਗੋਪਾਲ ਨੂੰ ਕਹਿੰਦੇ, ਪਾਂਧਾ ਜੀ ਟਾਈਮ ਛੇਤੀ ਛੇਤੀ ਨਿਕਲ ਰਿਹਾ ਹੈ। ਕਹਿੰਦੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਬੰਦਾ ਫਸ ਗਿਆ ਹੈ। ਕਹਿੰਦੇ ਜਿਸ ਸਰੀਰ ਨੂੰ ਲਿੰਬ ਕੇ ਰੱਖਦਾ, ਪੋਚ ਕੇ ਰੱਖਦਾ, ਜਿੱਦਾਂ ਬਾਬਾ ਫਰੀਦ ਸਾਹਿਬ ਇੱਦਾਂ ਬੈਠੇ ਬਾਰਗਾਹ 'ਤੇ, ਇੱਕ ਨੌਜਵਾਨ ਆਇਆ, ਉਹਨੇ ਆ ਕੇ ਖੁਦਾ ਨੂੰ ਨਮਸਕਾਰ ਕੀਤੀ ਤੇ ਸਿਰ ਨਹੀਂ ਥੱਲੇ ਲਾਇਆ। ਤੁਸੀਂ ਵੀ ਜਦੋਂ ਮੱਥਾ ਟੇਕਦੇ ਹੁੰਦੇ 2-4 ਮਿੰਟ ਆਪਣਾ ਮੱਥਾ ਥੱਲੇ ਲੱਗਾ ਰਹਿਣ ਦਿਆ ਕਰੋ, ਫੇਰ ਹੀ ਲੇਖ ਬਦਲੂ ਮਹਾਰਾਜ। ਕਾਪੀ ਤੇ ਪੈਨ ਚੱਲੂਗਾ ਤੇ ਕੰਮ ਹੋਊਗਾ ਨਾ। ਜੇ 1 ਇੰਚ ਉੱਚਾ ਪੈਨ ਕਾਪੀ ਤੋਂ ਰੱਖ ਦਿਓ ਤਾਂ ਲਿਖਾਂਗੇ ਕਿੱਦਾਂ। ਉਹਨੇ ਮੱਥਾ ਟੇਕਿਆ ਤੇ ਸਿਰ ਨਾ ਥੱਲੇ ਲਾਇਆ। ਬਾਬਾ ਫਰੀਦ ਸਾਹਿਬ ਕਹਿੰਦੇ, ਪੁੱਤ ਇੱਦਾਂ ਮੱਥਾ ਟੇਕੀਦਾ ਏ? ਇੱਕ ਤਾਂ ਮਾਫੀ ਦਿਓ, ਤੁਸੀਂ ਫੇਰ ਕਹਿਣਾ ਬਾਬਾ ਜੀ ਹਸਾ ਦਿੰਦੇ ਹੈ ਤੇ ਮੈਂ ਰਹਿ ਨਹੀਂ ਸਕਦਾ, ਮਜਬੂਰੀ ਹੈ। ਅੱਜ ਨਵਾਂ ਹੀ ਟਰੈਂਡ ਤੁਰਿਆ ਸਾਡੇ ਬੱਚਿਆਂ ਦਾ ਮੱਥਾ ਟੇਕਣਾ, ਵੇਖਿਓ ਕਿਤੇ। ਆਹ ਕੱਲ੍ਹ ਮੈਂ ਪਾਠ ਕਰ ਰਿਹਾ ਤੇ ਇੱਕ ਆਇਆ, ਆਉਂਦੇ ਮੱਥਾ ਟੇਕ ਕੇ ਕਰਦਾ ਇੱਦਾਂ ਕਰਕੇ, ਤੇ ਪਤਾ ਨਹੀਂ ਮੂੰਹ ਨਾਲ ਕੀ ਚੁੰਮਿਆ ਉਹਨੇ। ਮੈਂ ਕਿਹਾ ਵੀ ਆਹ ਤਾਂ ਨਵਾਂ ਹੀ ਮੱਥਾ ਕਿੱਥੋਂ ਸਿੱਖਿਆ ਵੀ। ਆ ਜਿਹੜੇ ਹੁਣ ਪੜ੍ਹੇ ਨਾ ਆਪਣੇ ਕਾਲਜਾਂ 'ਚ ਜਿਹੜੇ ਬੱਚੇ ਆ ਵਿੱਚ ਬੈਠੇ ਨੌਜਵਾਨ, ਤੁਹਾਨੂੰ ਨਹੀਂ ਕਹਿੰਦਾ ਪਹਿਲੋਂ ਉਹਨੇ ਇੱਥੇ ਹੱਥ ਲਾਇਆ, ਫਿਰ ਇੱਥੇ ਲਾਇਆ, ਫਿਰ ਇੱਧਰ ਲਾਇਆ, ਫਿਰ ਇੱਧਰ, ਫਿਰ ਇਸ ਅੱਖ 'ਤੇ, ਫਿਰ ਇੱਦਾਂ ਲਵਾਂ ਦੇ ਨਾਲ ਚੁੰਮਿਆ। ਮੈਂ ਕਿਹਾ ਵੀ ਇਹ ਕਿਹੜੀ ਚਰਚ ਦੇ ਵਿੱਚ ਤੁਰਿਆ ਫਿਰਦਾ ਓਏ, ਆਖੋ ਸਤਿਨਾਮ। ਮਹਾਰਾਜ ਕਹਿੰਦੇ ਸੀ, ਡੰਡੌਤ ਬੰਧਨ ਅਨੇਕ ਬਾਰ। ਉਹ ਜਿੱਦਾਂ ਈਸਾਈ ਨਹੀਂ ਜਾਂਦੇ ਚਰਚ 'ਚ, ਹੁਣ ਜ਼ਿਆਦਾ ਮੋਬਾਇਲ ਰਹਿੰਦਾ ਨਾ ਹੱਥ 'ਚ, ਤੇ ਉੱਦਾਂ ਹੀ ਕਰਨ ਲੱਗ ਪਏ। ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਣਾ। ਹੁਣ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਦਿਨ ਹੈ, ਬਾਪੂ ਦੀ ਮੇਰੀ ਪੀਰੀ ਦਿਵਸ। ਅਤੇ ਜਦੋਂ ਮਹਾਰਾਜ ਆਗਰੇ ਗਏ ਸੀ, ਤੁਹਾਨੂੰ ਕਥਾ ਸੁਣਾਈ ਸੀ ਮੈਂ ਇੱਕ ਵਾਰ, ਉੱਥੇ ਇੱਕ ਘਾਹੀ ਨੇ ਮੱਥਾ ਟੇਕਿਆ ਸੀ, ਇੱਦਾਂ ਦਾ ਮੱਥਾ ਟੇਕਿਆ ਵੀ ਜਹਾਂਗੀਰ ਵੀ ਤਖਤ ਤੋਂ ਉੱਠ ਕੇ ਖੜੋ ਗਿਆ ਸੀ। ਕਹਿੰਦਾ ਵੀ ਇਹ ਕੌਣ ਹੈ ਜਿਹਨੇ ਮੱਥਾ ਟੇਕਿਆ? ਕਹਿੰਦੇ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ। ਕਹਿੰਦੇ ਆਉਂਦੇ ਤੇ ਮੇਰੇ ਕੋਲ ਵੀ ਬਹੁਤ ਲੋਕ ਨੇ, ਕਹਿੰਦੇ ਅਦਾਬ ਕਰਦੇ, ਅਸਲਾਮ ਅਲੈਕੁਮ ਕਰਦੇ, ਪਰ ਇਹ ਉਹ ਸਿੱਖ ਨੇ ਪਹਿਲਾਂ ਡਿਓੜੀ 'ਚੋਂ ਨਮਸਕਾਰ ਕੀਤੀ, ਫਿਰ ਲੰਮੇ ਪੈ ਕੇ ਇੱਦਾਂ ਹੱਥ ਕਰਕੇ, ਫਿਰ ਗੋਡੇ ਮੂਧੇ ਮਾਰ ਕੇ। ਉਹਦਾ ਮੱਥਾ ਟੇਕਣਾ ਹੀ ਇੰਨਾ ਸੋਹਣਾ ਸੀ। ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਕਹਿੰਦਾ, ਪਹਿਲਾ ਬੰਦਾ ਆਇਆ ਮੇਰੇ ਦਰਬਾਰ 'ਚ ਜਿਹਨੇ ਮੱਥਾ ਮੈਨੂੰ ਟੇਕਿਆ ਏ ਤੇ ਦਿਲ ਮੇਰਾ ਇਹਨੂੰ ਸਿਜਦਾ ਕਰ ਗਿਆ। ਕਦੇ ਇੱਦਾਂ ਹੋਇਆ ਤੁਹਾਨੂੰ? ਬੁਲਾਇਆ ਤੁਸੀਂ ਕਿਸੇ ਨੂੰ ਹੋਵੇ ਤੇ ਸਿਰ ਅਗਲੇ ਦਾ ਝੁਕ ਗਿਆ ਹੋਵੇ। ਉਹ ਕਹਿੰਦਾ ਮੱਥਾ ਇਹਨੇ ਟੇਕਿਆ ਏ ਪਰ ਦਿਲ ਮੇਰਾ ਝੁਕਾ ਗਿਆ। ਖਾਬੇ मोहब्बत में कोई ऐसा झुका खुदा के रास्ते में के मुझको ही चुगा गया। ये प्रेम का प्याला जिसने भी पिया सरूरो तो ख्वाबे शाब नशा उसी को छा गया। कमाल दी गल कीती, कहन लगे मत्था मैनू टेकन दिया ते तेनू मेरा अंदर झुकन दिया। इन्ना सोहना मत्था टेकिया, अज तो मत्था टेकना भी भुल गया बच्चों नूं। पता नहीं कित्थों सीख के आ जाते, वो की हिसाब किताब, वो जिद्दां चर्चा च करते इधर उधर, आपां की लैना वाहिगुरू, साडी तां जिथे लगी लगी रहंदे। लोकी कहंदे ठगी आ, ठगी रहंदे। सो कहण दा भाव मारे सच्चे पातशाह किरपा करन, दया करन मेरे सतगुरु। गरीब नवाज कहंदे कि भाई प्रेम करया कर, जिन्ना भी हो सके मत्था थल्ले लाया कर। ਤੇ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ, ਬੇਟਾ ਮੱਥਾ ਕਿੱਦਾਂ ਟੇਕਿਆ? ਕਹਿੰਦੇ ਜੀ ਮੇਰੀ ਪੱਗ ਲਿਬੜਦੀ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਮੈਂ ਭੁਲਾਵਾ ਪੱਗ ਮਤ ਮੈਲੀ ਹੋਏ ਜਾਏ, ਗਹਿਲਾ ਰੂ ਨਾ ਜਾਣਈ ਸਿਰ ਪੀ ਮਿੱਟੀ। ਕਹਿੰਦੇ ਪੁੱਤ ਕਾਤੋਂ ਡਰਦਾ ਏ? ਕਹਿੰਦੇ ਜੀ ਕੀ ਹੋਇਆ? कहते हजरत इंसान का कैसा तगब्बर तेज है, मिट्टी का बना है ये पुतला मगर मिट्टी से परहेज है। हजरत इंसान का कैसा तगब्बर तेज है, मिट्टी का बना है ये पुतला मगर मिट्टी से परहेज है। कहते पुता मिट्टी आ तो मिट्टी च रल जानी, फिर मिट्टी तो कातों डरदा? तां करके इत्थे चौंकड़े मार के सारिਆਂ ਨੂੰ ਬਿਠਾਇਆ ਜਾਂਦਾ है कि इत्थे सारिਆਂ ਦਾ मान टुट जे।
ਹੰਕਾਰ ਟੁੱਟ ਜੇ ਵੀ ਇੱਥੇ ਥੱਲੇ ਬਹਿਣਾ ਸਿੱਖ ਲਈਏ। ਬਾਬਾ ਨਾਨਕ ਜੀ ਨੂੰ ਬਗਦਾਦ 'ਚ ਬਹਿਲੋਲ ਨੇ ਆਖਿਆ, ਕਹਿੰਦੇ ਬਾਬਾ ਤੂੰ ਥੱਲੇ ਬਹਿ ਕੇ ਕੀਰਤਨ ਕਰ ਲੈਣਾ ਹੈ, ਸਾਡੇ ਸਰੋਤ ਤਾਂ ਉੱਚੇ ਬਹਿ ਕੇ ਗਾਉਂਦੇ ਨੇ। ਫਕੀਰ ਮਹਾਰਾਜ ਕਹਿੰਦੇ ਦਰਅਸਲ ਬਹਿਲੋਲ ਸਾਡੀ ਜਿੰਦ ਦਾ ਮਹਿਰਮ ਇੱਥੇ ਤੂੰ ਹੀ ਆ, ਸਾਨੂੰ ਹੋਰ ਨਹੀਂ ਕਿਸੇ ਨੇ ਪਿਆਰ ਕੀਤਾ, ਬਸ ਤੂੰ ਹੀ ਕੀਤਾ। ਬਾਕੀ ਤੇ ਕੋਈ ਪੱਥਰ ਮਾਰਨ ਵਾਲਾ, ਕੋਈ ਗਾਲਾਂ ਕੱਢਣ ਵਾਲਾ, ਪਰ ਸਾਡੀ ਜਿੰਦ ਦਾ ਮਹਿਰਮ ਤੂੰ ਹੈ। ਗੱਲ ਇੱਦਾਂ ਹੈ ਕਿ ਸਾਰਿਆਂ ਦੇ ਵਿੱਚ ਖੁਸ਼ਬੂ ਨਹੀਂ ਲੱਭਦੀ, ਸਾਰੇ ਜੰਗਲ ਦੇ ਵਿੱਚ ਚੰਦਨ ਨਹੀਂ ਹੁੰਦੇ, ਅਤੇ ਸਾਰੀ ਦੁਨੀਆ 'ਚ ਪਿਆਰ ਕਰਨ ਵਾਲੇ ਵੀ ਨਹੀਂ ਹੁੰਦੇ। ਕਹਿੰਦੇ ਤੂੰ ਮੇਰੀ ਜਿੰਦ ਦਾ ਮਹਿਰਮ ਹੈ। ਗੱਲ ਯਾਦ ਰੱਖੀ ਬਹਿਲੋਲ, ਜਿਨ੍ਹਾਂ ਨੂੰ ਥੱਲੇ ਬਹਿ ਕੇ ਗਾਉਣਾ ਆ ਜੇ ਉਹ ਕਦੇ ਜ਼ਿੰਦਗੀ 'ਚ ਡਿੱਗਦੇ ਨਹੀਂ, ਕਿਉਂਕਿ ਜਿਹੜਾ ਪਹਿਲਾਂ ਹੀ ਥੱਲੇ ਬੈਠਾ ਉਹਨੇ ਡਿੱਗਣਾ ਕੀ। ਬਸ ਇੰਨਾ ਬੋਲ ਉਹਨੇ ਸਾਂਭ ਕੇ ਰੱਖਿਆ। 60 ਸਾਲ ਥੱਲੇ ਹੀ ਬੈਠਾ ਰਿਹਾ, 60 ਸਾਲ ਥੱਲੇ ਹੀ ਬੈਠਾ ਰਿਹਾ। ਇਹ ਆਪਾਂ ਕਿਤੇ 6 ਮਿੰਟ ਬਹਿਣਾ ਹੋਵੇ ਤਾਂ ਔਖਾ ਹੀ ਹੈ। ਆਖੋ ਸਤਿ। ਕਈਆਂ ਦੀ ਤਾਂ ਪ੍ਰੋਬਲਮ ਲੱਤਾਂ ਦੀ ਲੱਕ ਦੀ, ਅਤੇ ਕਈ ਤਾਂ ਚੰਗੇ ਭਲੇ ਵੀ ਨਹੀਂ ਬਹਿਣਾ ਚਾਹੁੰਦੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਮਿੱਟੀ ਦੇ ਵਿੱਚ ਖੇਡਿਆ ਕਰ, ਮਿੱਟੀ ਨਾਲ ਪਿਆਰ ਕਰਿਆ ਕਰ, ਫਿਰ ਤੈਨੂੰ ਰੱਬ ਚੇਤੇ ਰਹੂ। ਅੱਜ ਤੇ ਘਰਾਂ 'ਚ ਵੀ ਇੱਦਾਂ ਦੀ ਟੈਲ ਲੱਗ ਗਈ, ਮਿੱਟੀ ਤਾਂ ਲੱਭਦੀ ਕਿਤੇ ਨਹੀਂ। ਹੈਰਾਨੀ ਇਹ ਗੱਲ ਦੀ ਹੁੰਦੀ, ਪਹਿਲਾਂ ਮਿੱਟੀ 'ਚ ਨਹਾਉਂਦੇ ਸੀ, ਮਿੱਟੀ 'ਚ ਲੇਟਦੇ ਸੀ, ਅਤੇ ਕਦੇ ਇਨਫੈਕਸ਼ਨ ਸ਼ਬਦ ਨਹੀਂ ਸੀ ਸੁਣਿਆ, ਪਤਾ ਹੀ ਨਹੀਂ ਸੀ। ਅੱਜ ਵੀ ਪੁਰਾਣੇ ਬਜ਼ੁਰਗਾਂ ਨੂੰ ਇਨਫੈਕਸ਼ਨ ਨਹੀਂ ਕਹਿਣਾ ਆਉਂਦਾ ਮੇਰੇ ਵਾਂਗੂ, ਉਹ ਕਹਿਣਗੇ ਫੈਕਸ਼ਨ ਹੋ ਗਈ ਹੈ। ਇਹ ਸ਼ਬਦ ਅੱਜ ਕੱਲ੍ਹ ਆਏ ਨਾ। ਉਹ ਮਿੱਟੀ 'ਚ ਖੇਡਦੇ ਸੀ, ਮਿੱਟੀ 'ਚ ਘੁਲਦੇ ਸੀ, ਕਿੰਨੇ ਕਿੰਨੇ ਸੋਹਣੇ ਅੰਗ ਪੈਰ ਸੀ ਬੱਚਿਆਂ ਦੇ। ਅੱਜ ਪੱਥਰ 'ਚ ਰਹਿਣ ਦਾ, ਸ਼ੀਸ਼ੇ 'ਚ ਰਹਿਣ ਦਾ, ਅਤੇ ਇਨਫੈਕਸ਼ਨ ਫੇਰ ਵਧੀ ਫਿਰਦੀ ਹੈ। ਕਾਰਨ ਕੀ ਹੈ? ਸਾਡੀ ਮਿੱਟੀ 'ਚ ਇਨਫੈਕਸ਼ਨ ਪਤਾ ਹੀ ਨਹੀਂ ਸੀ ਹੁੰਦੀ ਕੀ ਹੈ। ਅੱਜ ਨਿੱਕੇ ਨਿੱਕੇ ਬੱਚਿਆਂ ਨੂੰ ਜਦੋਂ ਚੈੱਕ ਕਰਾਓ ਇਹਦੀ ਇਨਫੈਕਸ਼ਨ ਵੱਧ ਗਈ, ਇਹਦਾ ਆਹ ਵੱਧ ਗਿਆ, ਚਲੋ ਦਵਾਈ। ਉਹਨਾਂ ਦਾ ਭਵਿੱਖ ਕਿੱਥੋਂ ਅੱਗੇ ਤੁਰਨਾ ਜਿਹੜੇ ਦਵਾਈ 'ਤੇ, ਜਿੱਦਾਂ ਗੱਡੀ ਪੈਟਰੋਲ 'ਤੇ ਚੱਲਦੀ, ਹੁਣ ਦਵਾਈ 'ਤੇ ਹੀ ਆ ਸਾਰੇ। ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਭਾਈ ਗੋਪਾਲ ਪਾਂਧਾ ਜੀ ਇਹ ਸਰੀਰ ਜਿਹੜਾ ਹੈ ਅੰਤ ਕਾਲ ਮੈਂ ਸ਼ੀਜਤ ਦੇਹਾ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਨਾਉ ਖਾਨ ਸੁਲਤਾਨ ਬਨੇਹੀ, ਹਾਂਜੀ ਦ੍ਰਿਸ਼ਟਾਗਤ ਹੈ ਮਿਲਤੇ ਖੇਹੀ। ਕਹਿੰਦੇ ਜਿਹੜੇ ਵੱਡੇ ਵੱਡੇ ਸੁਲਤਾਨ ਸੀ ਨਾ, ਸੋਨੇ ਦੀਆਂ ਰੱਥਾਂ 'ਤੇ ਬਹਿਣ ਵਾਲੇ, ਸੋਨੇ ਦੀ ਜੁੱਤੀ ਪਾਉਣ ਵਾਲੇ, ਉਹਨਾਂ ਨੂੰ ਵੀ ਇੱਕ ਦਿਨ ਇਸ ਮਿੱਟੀ ਦੇ ਵਿੱਚ ਪੈਣਾ ਪਿਆ। ਕਿੱਥੇ ਗਏ ਸੁਲਤਾਨ? ਮੌਤ ਨਾ ਛੱਡੇ ਬਹੁਤੇ ਕਰ ਕਰ ਗਏ ਅਡੰਬਰ, ਕੋਈ ਪਾਏਦਾਰ ਨਹੀਂ ਉੱਠ ਜਾਗ। ਅੱਧੇ ਕੁ ਬੋਲੇ ਸੁੱਤੇ ਤਾਂ ਨਹੀਂ ਜੀ ਕਿਤੇ, ਉੱਠ ਜਾਗ ਘਰਾੜੇ। ਕਈ ਕਹਿਣਗੇ ਬਾਬਾ ਗੁਰਦੁਆਰੇ ਨੀਂਦ ਬੜੀ ਆਉਂਦੀ ਹੈ। ਇਸ ਕਰਕੇ ਬਹੁਤ ਆਰਾਮ ਮਿਲਦਾ ਵੀ, ਜੀ ਕਰਦਾ ਸੌਂ ਜਾਈਏ, ਕਿਉਂਕਿ ਮਾਂ ਹੈ ਨਾ ਗੁਰੂ ਸਾਹਿਬ, ਅਤੇ ਮਾਂ ਦੀ ਗੋਦੀ ਹੁੰਦੀ ਇੱਦਾਂ ਦੀ ਜਿੱਥੇ ਬੇਪਰਵਾਹੀ ਆ। ਇੱਥੇ ਗਾ ਕੇ ਸਕੂਨ ਆਉਂਦਾ ਨਾ ਖਪਿਆਂ ਤਪਿਆਂ ਨੂੰ। ਦੋ ਚੀਜ਼ਾਂ ਹੀ ਆ ਜਿੱਥੇ ਬੰਦੇ ਨੂੰ ਟਿਕਾ ਆਉਂਦਾ, ਇੱਕ ਮੜੀਆਂ ਅਤੇ ਇੱਕ ਗੁਰਦੁਆਰਾ। ਅਤੇ ਮਹਾਰਾਜ ਕਹਿੰਦੇ ਜੇ ਮੜੀਆਂ 'ਚ ਜਾਣ ਤੋਂ ਪਹਿਲਾਂ ਇੱਥੇ ਆਉਣ ਲੱਗ ਪਾ ਤਾਂ ਹੋ ਸਕਦਾ ਕੁਝ ਨਾ ਕੁਝ ਲੈ ਡਿੱਗੇਗਾ, ਨਹੀਂ ਤਾਂ ਉੱਥੇ ਤਾਂ ਬਰੇਕਾਂ ਲੱਗਣੀਆਂ ਹੀ ਆ। ਜਿੱਦਾਂ ਇੱਕ ਸੁਲਤਾਨ ਦੇ ਵਿਹੜੇ 'ਚ ਨਾ ਇੱਕ ਫਰਾਬੀ ਗਿਆ, ਬਗਦਾਦ ਦੇ ਵਿੱਚ ਮਹਾਰਾਜ ਵੀ ਗਏ, ਰਬਾਬੀ ਮਰਦਾਨੇ ਤੋਂ ਪਹਿਲਾਂ ਇੱਕ ਉੱਥੇ ਫਰਾਬੀ ਆਇਆ ਸੀ। ਉਹ ਬੜਾ ਸੋਹਣਾ ਗਾਉਂਦਾ ਸੀ, ਅਤੇ ਉੱਥੋਂ ਦੇ ਰਾਜੇ ਨੂੰ ਕਹਿੰਦਾ ਵੀ ਮੈਂ ਤੈਨੂੰ ਕੁਝ ਸੁਣਾਉਣਾ ਏ, ਮੈਨੂੰ ਭੁੱਖ ਲੱਗੀ ਹੈ, ਅਤੇ 10 ਟਕੇ ਦੇ ਮੈਨੂੰ, ਅਤੇ ਮੇਰੀ ਸਰੰਗੀ ਸੁਣ, ਰਬਾਬ ਸੁਣ। ਅਤੇ ਉਹ ਕਹਿੰਦਾ ਭਲਿਆ ਮਾਨਸਾ ਮੇਰੇ ਕੋਲ ਟਾਈਮ ਕਿੱਥੇ ਹੈ, ਮੇਰਾ ਸ਼ਡਿਊਲ ਬਿਜੀ ਹੈ, ਤੂੰ ਇੱਦਾਂ ਕਰ 10 ਰੁਪਈਏ ਲੈ ਲਾ ਅਤੇ ਆਪਣੀ ਭੁੱਖ ਦੂਰ ਕਰ ਲਾ, ਅਤੇ ਜਦੋਂ ਮੇਰੇ ਕੋਲ ਟਾਈਮ ਹੋਇਆ ਤੈਨੂੰ ਉਦਣ ਸੁਣਾਂਗੇ। ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਵੇਖ ਲਓ, ਵਾਅਦਾ ਕਰ ਲਓ, ਮੈਂ ਹਰਾਮ ਨਹੀਂ ਖਾਣਾ, ਹਲਾਲ ਖਾਣਾ ਹੈ, ਮੈਂ 10 ਰੁਪਈਏ ਤਾਂ ਲੈਣੇ ਜੇ ਮੈਨੂੰ ਸੁਣਨਾ ਹੈ। ਕਹਿੰਦਾ ਜ਼ਰੂਰ ਸੁਣਾਂਗਾ, ਇੰਨੀ ਤਰੀਕ ਨੂੰ ਇੰਨੇ ਵਜੇ ਮੇਰੇ ਘਰ ਆ ਜੀ, ਮੈਂ ਫਰੀ ਹਾਂ ਉਦਣ, ਜਿੱਦਣ ਆਪਾਂ ਕਹਿੰਦਾ ਐਤਵਾਰ ਸੰਡੇ ਛੁੱਟੀ ਆ ਜਿਓ। ਤੋ ਕਹਿਣ ਦਾ ਭਾਵ ਉਹ ਤਰੀਕ ਅਤੇ ਟਾਈਮ ਟੇਬਲ ਲਿਖ ਕੇ ਫਕੀਰ ਚਲਾ ਗਿਆ। ਜਿੱਦਣ ਵਾਅਦੇ ਪੁੱਗੇ, ਫਕੀਰ ਨੇ ਆਪ ਬਿਗਲ ਵਜਾਇਆ, ਬੂਹਾ ਖੜਕਾਇਆ, ਅਤੇ ਅੰਦਰ ਵੇਖਿਆ ਤੱਪੜ ਵਿਛਿਆ, ਸਾਰਿਆਂ ਨੇ ਚਿੱਟੇ ਲੀੜੇ ਪਾਏ ਅਤੇ ਰੋਣ ਧੋਂਦਾ ਉਹ ਵੀ ਆ ਗਿਆ। ਉਹ ਕਹਿੰਦੇ ਇੱਥੇ ਵਿਆਹ ਵੀ ਉਹ ਕਿ ਕੀ ਹੈ? ਕਹਿੰਦੇ ਚੁੱਪ ਕਰ ਜਾ, ਕਿਸੇ ਤੋਂ ਮੌਰਾ ਨਾ ਬਣਾ ਲਈ। ਫਕੀਰਾਂ ਦੀ ਆਪਣੀ ਦੁਨੀਆ ਹੁੰਦੀ ਹੈ ਨਾ, ਕਈ ਵਿੱਚ ਸੜੇ ਬਲੇ ਵੀ ਹੁੰਦੇ, ਉਹ ਕਿਸੇ ਹੋਰ 'ਤੇ ਵਾਹ ਚੱਲੂ ਨਾ, ਮੰਗਣ ਵਾਲੇ ਨੂੰ ਕੁੱਟਣ ਲੱਗ ਪਣਗੇ। ਕਈ ਮੈਂ ਵਿਆਹਾਂ 'ਚ ਵੀ ਵੇਖੇ ਚਿੱਕੜ ਚੌਧਰੀ,
ਘਰ ਵਾਲੀ ਭਾਵੇਂ ਕਵੇ ਪਰਸ ਚੱਕ ਤੇ ਪਰਸ ਚੱਕਣਗੇ। ਮਾਫ਼ ਕਰਿਓ, ਗੁੱਸਾ ਨਾ ਕਰਿਓ, ਕਈਆਂ ਦੀ ਬਹੁਤ ਬੁਰੀ ਹਾਲ। ਵਿਆਹਾਂ ਦੇ ਵਿੱਚ ਵੇਖਿਓ ਘਰ ਵਾਲੀ ਫਰੀ ਹੁੰਦੀ ਹੈ, ਉਹਨੇ ਐ ਆਪਣਾ ਟੌਰ ਕੱਢ ਕੇ ਤੇ ਬੱਚੇ ਚਕਾਏ ਹੁੰਦੇ ਬੰਦੇ ਨੂੰ। ਕਈਆਂ ਦੀ ਤੇ ਬਹੁਤ ਜ਼ਿੰਦਗੀ ਔਖੀ, ਉਹ ਪਰਸ ਵੀ ਬੰਦੇ ਕੋਲੇ ਤੇ ਬੱਚਾ ਵੀ ਬੰਦੇ ਕੋਲੇ, ਤੇ ਉਹਨੂੰ ਕਹਿੰਦੇ ਆਪਾਂ ਦਾ ਵਿਆਹ ਵੇਖਣਾ। ਤੋ ਐਸੀ ਹਾਲਤ ਵੀ ਜਿਨ੍ਹਾਂ ਨਾਲ ਬੀਤਦੀ ਪਤਾ ਉਹਨਾਂ ਨੂੰ ਹੈ। ਕਹਿਣ ਦਾ ਭਾਵ ਜਿਹਦੀ ਕਿਤੇ ਨਹੀਂ ਨਾ ਚੱਲਦੀ, ਉਹ ਬੰਦੇ ਮੈਂ ਵੇਖੇ ਜਿਨ੍ਹਾਂ ਦੀ ਰੱਜ ਕੇ ਕੁੱਤੇ ਖਾਣੀ ਸਾਰੇ ਪਾਸਿਓਂ, ਉਹ ਫਿਰ ਪਤਾ ਕਿੱਥੇ ਟੌਰ ਬਣਾਉਂਦੇ। ਉਹ ਵਿਆਹ 'ਚ ਜਿਹੜਾ ਗੁਬਾਰੇ ਵੇਚਦਾ ਮੰਗਦਾ ਨਾ, ਉਹਨੂੰ ਚਪੇੜਾ ਮਾਰਨ ਲੱਗ ਪੈਂਦੇ। ਕਹਿੰਦੇ ਨੇ ਇੱਕ ਪੰਜਾਬੀ ਦੀ ਕਹਾਵਤ, ਤਕੜੇ ਤੇ ਪੈ ਨਾ ਹੋਈ ਤੇ ਮਾੜੇ ਤੇ ਬੋਲ ਪੋ। ਕਹਿਣ ਦਾ ਭਾਵ ਅੱਜ ਵਾਕਿਆ ਜਿਹਦੀ ਕਿਤੇ ਨਹੀਂ ਚੱਲਦੀ, ਉਹ ਕਹਿੰਦਾ ਗੁਰਦੁਆਰੇ ਨਾ ਚੱਲੀਏ, ਕਹਿੰਦਾ ਉੱਥੇ ਬਾਬੇ ਨੂੰ ਦਬਕੇ ਮਾਰ ਕੇ ਆਵਾਂਗੇ। ਉਹਨੇ ਕਿਹੜਾ ਬੋਲਣਾ ਵਿਚਾਰੇ ਨੇ, ਉਹਨੇ ਕਿਹੜਾ ਮੇਰੇ ਨਿੱਕੇ ਨਿੱਕੇ ਬੱਚੇ ਨੌਕਰੀ ਤੋਂ ਨਾ ਕਢਾ ਦੇਣ। ਬਹੁਤੇ ਤੇ ਪ੍ਰਧਾਨਗੀ ਕਰਨੀ ਆ ਜਾਂਦੇ। ਗੁੱਸਾ ਨਾ ਕਰਿਓ, ਤੁਸੀਂ ਪਿਆਰ ਵਾਲੇ ਬੈਠੇ ਜੇ, ਅਦਬ ਕਰਿਆ ਕਰੋ, ਪਿਆਰ ਕਰਿਆ ਕਰੋ। ਸੋ ਕਹਿਣ ਦਾ ਭਾਵ ਗੁਰੂ ਨਾਨਕ ਪਾਤਸ਼ਾਹ ਦਇਆ ਦੇ ਸਾਗਰ ਮਿਹਰ ਕਰਨ। ਉਹ ਫਰਾਬੀ ਕਹਿੰਦਾ ਮੇਰਾ ਵਾਅਦਾ ਸੀ, ਇਹ ਕਹਿੰਦਾ ਸੀ ਇੰਨੀ ਤਰੀਕ ਨੂੰ ਆਈ ਤੈਨੂੰ ਸੁਣਾਂਗੇ। ਉਹ ਕਹਿੰਦੇ ਉਹ ਤੇ ਹੁਣ ਅਗਲੇ ਬੰਨੇ ਚਲੇ ਗਿਆ, ਸੁਣਨਾ ਕਿੰਨੇ, ਉਹਦੇ ਤੇ ਫੁੱਲ ਚੁਗਣ ਚੱਲੇ ਆ। ਉਹ ਫਕੀਰ ਧਾਹਾਂ ਮਾਰ ਕੇ ਰੋਣ ਲੱਗ ਪਿਆ। ਉਹ ਕਹਿੰਦੇ ਉਹ ਤੈਨੂੰ ਕੀ ਹੋਇਆ? ਕਹਿੰਦੇ ਮੈਨੂੰ ਆਪਣਾ ਹੱਕ ਚੇਤੇ ਆਇਆ, ਮੈਂ ਵਾਅਦਾ ਕੀਤਾ ਸੀ ਵੀ ਤੈਨੂੰ ਸੁਣਾਉਣਾ ਰਬਾਬ, ਤੇ ਉਹ ਕਹਿੰਦਾ ਸੀ ਆ ਜੀ, ਮੈਂ ਤੇ ਆ ਗਿਆ, ਪਰ ਉਹ ਨਹੀਂ ਰਿਹਾ। ਉਹ ਫਿਰ ਭੱਜਾ ਤੇ ਕਿੱਥੇ ਪਹੁੰਚਾ? ਮੜੀਆਂ 'ਚ। ਉਹ ਅਜੇ ਮਗਰ ਆ ਰਹੇ ਸੀ ਪਾਣੀ ਪੂਣੀ ਲੈ ਕੇ ਫੁੱਲ ਚੁਗਣ, ਤੇ ਉਹ ਪਹਿਲਾਂ ਜਾ ਕੇ ਜਿੱਥੇ ਢੇਰੀ ਲੱਗੀ ਸੀ ਨਾ ਉਹਦੀ ਕਬਰਾਂ 'ਚ, ਉਹਦੇ ਲਾਗੇ ਬਹਿ ਕੇ ਕਹਿੰਦਾ ਹੁਣ ਤੂੰ ਵੀ ਫਰੀ ਆ ਤੇ ਮੈਂ ਵੀ ਫਰੀ ਆ। ਅੱਜ ਤਾਂ ਨਹੀਂ ਕੋਈ ਕਾਹਲੀ ਤੈਨੂੰ ਮੈਂ ਕਿਹਾ ਸੀ ਸੁਣ ਲਾ ਮੈਨੂੰ, ਉਹ ਦਿਨ ਤੇਰੇ ਭਾਗ ਮਾੜੇ ਸੀ। ਕਹਿੰਦਾ ਮੇਰਾ ਸ਼ਡਿਊਲ ਬਿਜੀ ਹੈ, ਸੁਣਾਂਗੇ ਵਿਹਲੇ ਹੋ ਕੇ। ਲੈ ਹੁਣ ਅੱਜ ਵਿਹਲਾ ਹੋ ਗਿਆ, ਨਾ ਤੈਨੂੰ ਕਾਹਲੀ, ਮੈਂ ਤੇ ਅੱਗੇ ਵਿਹਲਾ ਸੀ। ਜਿੰਨੇ ਚਿਰ ਨੂੰ ਘਰ ਦੇ ਆਏ ਸੀ, ਉਹਨੇ ਆਪਦੀ 15-20 ਮਿੰਟ ਰਬਾਬ ਵਜਾਈ ਤੇ ਆਪਣਾ ਹੱਕ ਅਦਾ ਕਰਕੇ ਚਲਾ ਗਿਆ। ਕਈ ਇਸ ਕਰਕੇ ਸਾਧ ਸੰਗਤ ਜੀ, ਇੱਕ ਘੜੀ ਦਾ ਸਿਮਰਨ ਜਿਹੜਾ ਬੰਦੇ ਦਾ ਭਲਾ ਕਰ ਦਿੰਦਾ। ਟਾਈਮ ਟੂਮ ਤੇ ਕਿਸੇ ਕੋ ਨਹੀਂ ਕੱਢਣਾ ਪੈਂਦਾ ਏ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਂਧਾ ਜੀ ਨੂੰ ਕਹਿ ਰਹੇ ਕਿ ਪਾਂਧਾ ਜੀ, ਨਾਉ ਖਾਨ ਸੁਲਤਾਨ ਪਨੇਹੀ, ਦ੍ਰਿਸ਼ਟਾਵਤ ਹੈ ਮਿਲਤੇ ਖੇਈ। ਕਹਿੰਦੇ ਬੜੇ ਬੜੇ ਸੁਲਤਾਨ ਮੈਂ ਖੇਹ 'ਚ ਮਿਲਦੇ ਵੇਖੇ। ਜਦੋਂ ਸਿਕੰਦਰ ਬਾਦਸ਼ਾਹ ਮਰਿਆ ਸੀ, ਜਵਾਨੀ 'ਚ ਸੀ, ਉਹਦੀ ਮਾਂ ਬੜਾ ਰੋਵੇ। ਉਹਦੇ ਬੋਲ ਕਿਸੇ ਨੇ ਲਿਖੇ, ਕਹਿੰਦੇ ਸਿਕੰਦਰ ਦੀ ਮਾਂ ਇਕੱਠਿਆਂ ਕਰਦੀ ਵਿਹੜੇ ਨੂੰ। ਵਿਹੜਾ ਸਮਝਦੇ ਹੋ? ਸ਼ਰੀਕਾ ਭਾਈਚਾਰਾ। ਸਿਕੰਦਰ ਦੀ ਮਾਂ ਇਕੱਠਿਆਂ ਕਰਦੀ ਚਲੋ ਨੀ ਭੈਣੋ ਰੋਵਣ ਚੱਲੀਏ ਪੁੱਤ ਸਿਕੰਦਰ। ਰੱਬ ਵੀ ਭੈੜਾ ਕਹਿਰ ਕਰ ਗਿਆ, ਜਾੜ ਗਿਆ ਮੇਰੇ ਹੱਸਦੇ ਵਿਹੜੇ ਨੂੰ। ਕਬਰਾਂ ਦੇ ਵਿੱਚੋਂ ਆਵਾਜ਼ਾਂ ਆਈਆਂ, ਛੱਡ ਮਾਂ ਝਗੜੇ, ਇੱਥੇ ਕਈ ਸਿਕੰਦਰ ਤੁਰ ਗਏ, ਤੂੰ ਰੋਵੇਂ ਕਿਹੜੇ? ਤੇਰਾ ਇਕੱਲਾ ਥੋੜ੍ਹਾ ਗਿਆ ਮਾਂ, ਇੱਥੇ ਕਈ ਪੁੱਤ ਤੁਰ ਗਏ ਆ। ਇੱਕ ਨਾ ਦੇ ਕਰ ਪੁੱਤ ਉਹਨਾਂ ਦੇ, ਇੱਕ ਨਾ ਦੇ ਕਰ ਧੀਆਂ ਉਹਨਾਂ ਦੇ, ਇੱਕ ਨਾ ਦਾ ਇੱਕੋ ਇੱਕ ਤੇ ਉਹ ਵੀ ਜਾਏ ਮਰ, ਕੌਣ ਆਖੇ ਸਹਿਬਾਂ। ਇਸ ਕਰਕੇ ਮਾਂ ਨੂੰ ਕਿਸੇ ਨੇ, ਧਰਤੀ ਨੇ ਬੋਲ ਮਾਰਿਆ, ਕਹਿੰਦੀ ਬੀਬੀ ਤੂੰ ਨਾ ਰੋ, ਤੇਰਾ ਇਕੱਲਾ ਪੁੱਤ ਨਹੀਂ, ਇੱਥੇ ਬੜੇ ਸੋਹਣੇ ਸੁਨੱਖੇ ਜਿਨ੍ਹਾਂ ਨੂੰ ਲੋਕੀ ਰੱਜ ਕੇ ਵੇਂਦੇ ਸੀ, ਉਹ ਵੀ ਕਬਰਾਂ ਨੇ ਖਾ ਲਏ। ਇਹ ਸੱਚਾਈ ਅੱਜ ਗੁਰੂ ਨਾਨਕ ਪਾਂਧੇ ਨੂੰ ਕਹਿ ਰਹੇ, ਕਹਿੰਦੇ ਪਾਂਧਾ ਜੀ ਅੱਖਾਂ ਨਾ ਭਰੋ, ਉਹ ਦਿਨ ਨੇੜੇ ਆਉਣ ਵਾਲਾ ਹੀ ਹੈ। ਬਾਣੀ ਵੀ ਕਹਿੰਦੀ 100 ਦਿਨ ਨੇੜਾ ਆਇਓ ਏ। ਜਿੱਦਣ ਟਾਈਮ ਆਇਆ ਤੇ ਤੇਰੇ ਦਿਨ ਥੋੜੇ, ਬੰਦਗੀ ਕਰ ਲੈ। ਗੁਰੂ ਨੇ ਹੁੰਦੇ ਤਨ ਜੋ ਛੋਟ ਚਲਿਓ, ਬਸ ਚਲਤ ਨਾ ਕੋ। ਕਹਿੰਦੇ ਜਿਹੜੇ ਸਰੀਰ ਨੂੰ ਤੇ ਮਾਇਆ ਨੂੰ ਬਹੁਤਾ ਪਿਆਰ ਕਰਦਾ ਹੈ, ਕਿਤੇ ਗੁਰੂ ਨੂੰ ਵੀ ਪਿਆਰ ਕਰ ਲਿਆ ਕਰ, ਕਿਤੇ ਸੰਗਤ ਨੂੰ ਵੀ ਪਿਆਰ ਕਰਿਆ ਕਰੇ। ਧਨ ਵੀ ਤੇ ਤਨ ਦੋਵੇਂ ਛੱਡ ਕੇ ਚਲਾ ਜਾਵੇਂਗਾ। ਜਾਵੇ ਸੰਗ ਅਗਾਰੀ ਜਿਨ ਹੇਤ ਨਿਜ ਬਾਜੀ ਆਈ। ਕਹਿੰਦੇ ਜਿਨ੍ਹਾਂ ਨੂੰ ਪਿਆਰ ਕਰਦਾ ਹੈ ਨਾ, ਇੱਕ ਜਮਲਾ ਜੀ ਦਾ ਗੀਤ ਸੀ ਨਾ, ਜਿਨ੍ਹਾਂ ਲਈ ਪਾਪ ਕਰਨਾ ਏ ਉਹਨਾਂ ਨੇ ਨਾਲ ਨਹੀਂ ਜਾਣਾ। ਸਾਡੇ ਬਜ਼ੁਰਗ ਸੁਣਦੇ ਸੀ। ਹੁਣ ਤਾਂ ਗੀਤ ਵੀ ਨਿਰੀ ਗੰਦਗੀ ਹੈ, ਪਹਿਲੇ ਗੀਤ ਵੀ ਰੱਬ ਰੂ ਸੀ, ਕਿੰਨੀ ਮਿੱਠੀ ਆਵਾਜ਼ ਸੀ। ਇੱਥੇ ਗੁਰੂ ਮਹਾਰਾਜ ਕਵੀ ਸੰਤੋਖ ਸਿੰਘ ਕਹਿੰਦੇ ਬਾਬਾ ਨਾਨਕ ਪਾਂਧੇ ਨੂੰ ਕਹਿੰਦੇ
ਪਿਆਰ ਬੜਾ ਬੰਦਾ ਕਰਦਾ ਆਪਣੇ ਹੱਥਾਂ ਪੈਰਾਂ ਨੂੰ, ਸਰੀਰ ਨੂੰ, ਘਰ ਨੂੰ। ਵਸਾ ਨਹੀਂ ਖਾਂਦਾ। ਕਈ ਵਾਰੀ ਗੁਰਦੁਆਰੇ ਆਵੇ ਤੇ ਭੱਜ ਜਾਂਦਾ, ਨਾਲ ਦਾ ਕਹਿੰਦਾ ਕੀ ਹੋਇਆ? ਕਹਿੰਦੇ ਜਿੰਦਰਾ ਖੁੱਲ੍ਹਾ ਰਹਿ ਗਿਆ, ਜਾਂ ਮੇਰਾ ਗੈਸ ਬੰਦ ਕਰਨ ਵਾਲਾ ਰਹਿ ਗਿਆ। ਮੋਹ ਹੈ ਨਾ। ਅਤੇ ਜਾਂ ਫਿਰ ਇਹ ਹੁੰਦਾ ਵੀ ਕਿਤੇ ਮੱਝ ਚੋਣ ਵਾਲੀ ਬੱਛਾ ਕੱਟਾ ਖੁੱਲ੍ਹ ਜੇ ਤਾਂ 5 ਕਿਲੋ ਦਾ ਨੁਕਸਾਨ ਕਰ ਜਾਊਗਾ। ਤੋ ਐਸੀ ਗੱਲ ਨਹੀਂ, ਪਹਿਲਾਂ ਸੰਭਾਲ ਕੇ ਆਉਣਾ। ਜਦੋਂ ਇੱਥੇ ਬਹਿਣਾ ਉਦੋਂ ਇਹ ਨਾ ਹੋਵੇ ਪਿੱਛੇ ਧਿਆਨ ਹੋਵੇ। ਤਾਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਜਿਨ੍ਹਾਂ ਚੀਜ਼ਾਂ ਨੂੰ ਤੂੰ ਪਿਆਰ ਕਰਦਾ ਹੱਦੋਂ ਵੱਧ, ਉਹਨਾਂ ਨੂੰ ਤੂੰ ਇੱਥੇ ਹੀ ਛੱਡ ਜਾਣਾ ਹੈ। ਕਹਿੰਦੇ ਮੂਰਖ ਬੰਦੇ ਨੂੰ ਰੱਬ ਦਾ ਗਿਆਨ ਨਹੀਂ ਹੈ, ਨਾ ਇਹਨੂੰ ਚੇਤਾ ਹੀ ਹੈ। ਇਹਨੂੰ ਖਾਣ ਦਾ ਚੇਤਾ, ਸੌਣ ਦਾ ਚੇਤਾ, ਨਹਾਉਣ ਦਾ ਚੇਤਾ, ਬਾਜ਼ਾਰਾਂ 'ਚ ਜਾਣਾ ਨਹੀਂ ਭੁੱਲਦਾ, ਪਿਕਨਿਕ 'ਤੇ ਜਾਣਾ ਨਹੀਂ ਭੁੱਲਦਾ। ਇਹਨੂੰ ਸਾਰਾ ਕੁਝ ਚੇਤੇ, ਪਰ ਇਹ ਭੁੱਲ ਗਿਆ ਕਿ ਮੈਂ ਇੱਕ ਦਿਨ ਚਲਾ ਜਾਣਾ। ਜਦੋਂ ਇਕੱਲੇ ਬਹਿ ਕੇ ਸੋਚਿਆ ਨਾ ਆਪਾਂ ਇੱਕ ਦਿਨ, ਅਤੇ ਫਿਰ ਜੀਅ ਕਰਦਾ ਹੁੰਦਾ ਵੀ ਜਿਹੜਾ ਮੇਰੇ ਨਾਲ ਗੁੱਸੇ ਆ ਮੈਂ ਹੱਥ ਜੋੜ ਕੇ ਉਹਨੂੰ ਵੀ ਕਹਾਂ ਸੌਰੀ, ਮੈਨੂੰ ਮਾਫ਼ ਕਰ ਦਿਓ, ਮੈਂ ਤਾਂ ਤੁਹਾਡੇ ਤੋਂ ਵੀ ਮੰਗ ਲੈਂਦਾ। ਕਈ ਵਾਰ ਕਈ ਗੁੱਸਾ ਜਿਹਾ ਕਰਕੇ ਬੈਠੇ ਹੁੰਦੇ ਵਿੱਚ ਕਈਆਂ ਗੱਲਾਂ ਤੋਂ, ਤਾਂ ਭਾਈ ਮਾਫ਼ ਕਰ ਦਿਓ, ਕਿਤੇ ਪਿੱਛੋਂ ਨਾ ਗਾਲੀ ਦਿਓ, ਸੀਸਾਂ ਦਿਓ ਜਿਨ੍ਹਾਂ ਨਾਲ ਰੱਬ ਦੇ ਘਰ ਮੇਲ ਹੋ ਜੇ। ਕਹਿੰਦੇ ਨਾ ਦਿਨ ਲੈਂਦਾ ਬਦਵਾਏ ਤੂੰ ਮਾਇਆ ਕਰੇ ਇਕੱਤ, ਬਾਣੀ 'ਚ ਲਿਖਿਆ ਬਦਵਾ ਨਾ ਦਿਓ, ਸੀਸ ਦੇ ਦਿਓ। ਕਿਉਂਕਿ ਸੀਸਾਂ ਮੇਲ ਕਰਾ ਦਿੰਦੀਆਂ, ਬਦਵਾਵਾਂ ਰਸਤੇ 'ਚ ਰੁਕਾ ਲੈਂਦੀਆਂ। ਤੋ ਇਸ ਕਰਕੇ ਕੋਸ਼ਿਸ਼ ਕਰਿਓ ਜ਼ਿੰਦਗੀ 'ਚ ਕਿਸੇ ਦੀ ਬਦਵਾ ਨਾ ਲਿਓ, ਸੀਸ ਲਿਓ, ਭਲਾ ਕਰਿਓ, ਕਰ ਭਲਾ ਹੋ ਭਲਾ। ਤੋ ਇਸ ਕਰਕੇ ਇਹਦਾ ਬਿਰਧ ਹੈ ਮੇਰੇ ਸਤਿਗੁਰੂ ਦਾ। ਕਹਿੰਦੇ ਭਾਈ ਅੱਜ ਗਿਆਨ ਨਹੀਂ ਹੈ ਅਤੇ ਮਨੁੱਖ ਹਨੇਰੇ 'ਚ ਹੈ, ਇਹਨੇ ਜਾਣ ਨੂੰ ਭੁੱਲਣਾ ਕੀਤਾ। ਕਹਿੰਦੇ ਇੰਨਾ ਕੁ ਅੰਨਾ ਹੋ ਗਿਆ ਆਦਮੀ, ਜਦੋਂ ਕਿਤੇ ਵੱਡੇ ਸੱਪ ਸਾਹਮਣੇ ਲੰਘਦਾ ਹੈ ਫਿਰ ਕਿਤੇ ਯਾਦ ਆਉਂਦਾ ਹੈ। ਕਰੁਣਾ ਕਰ ਸਤਿਗੁਰ ਜਿਸ ਭੇਟੈ, ਤੇ ਕੋ ਲਗੈ ਨ ਜਮ ਕੀ ਭੇਟੈ। ਕਹਿੰਦੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਪਾਂਧਾ ਜੀ ਨੂੰ ਕਹਿ ਰਹੇ, ਪਾਂਧਾ ਜੀ ਕੀ ਹੋਇਆ? ਕਹਿੰਦੇ ਪਾਤਸ਼ਾਹ ਜਿੱਦਾਂ ਤੁਸੀਂ ਕਥਾ ਸੁਣਾ ਰਹੇ ਮੈਨੂੰ ਤਾਂ ਹੋਰ ਡਰ ਲੱਗੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਹੁਣ ਕਹਿੰਦੇ ਨਹੀਂ, ਹੁਣ ਕੀ ਕਹਿੰਦੇ? ਕਰੁਣਾ ਕਰ ਸਤਿਗੁਰ ਜਿਸ ਭੇਟੈ। ਕਹਿੰਦੇ ਪਾਂਧਾ ਜੀ ਕੋਈ ਹੈ ਵੀ ਆ ਬਚਾਉਣ ਵਾਲਾ? ਕੌਣ ਹੈ? ਸੱਚਾ ਸਤਿਗੁਰੂ, ਧੰਨ ਸ਼੍ਰੀ ਗੁਰੂ ਨਾਨਕ ਦੇਵ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਕਰਨ ਤੇ ਤੱਤੀ ਵਾਹ ਨਹੀਂ ਲੱਗਣ ਦਿੰਦੇ, ਆਪ ਸਹਾਈ ਵੀ ਹੁੰਦੇ, ਆਪਣੇ ਸਿੱਖਾਂ ਨੂੰ ਮੋਢਾ ਲਾ ਕੇ ਤਾਰਦੇ ਹੈ। ਅਤੇ ਮਿੰਟ ਆਪਣੇ ਕੋਲ 12 ਨੇ, ਮੀਰੀ ਪੀਰੀ ਵਾਲੇ ਬਾਪੂ ਦੇ ਦਰਸ਼ਨ ਕਰ ਲਈਏ ਥੋੜ੍ਹੇ ਜਿਹੇ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਤਾਂ ਆਪਾਂ ਸਭ ਨੇ ਜਾਣਿਆ ਹੈ ਕਿ ਮਹਾਰਾਜ ਨੂੰ ਮੀਰੀ ਪੀਰੀ ਕਿਉਂ ਪਵਾਈ ਗਈ। 2 ਅਕਾਲ ਤਖਤ 'ਤੇ ਨਿਸ਼ਾਨ ਸਾਹਿਬ ਹੈ। ਅੱਜ ਵੀ ਹਰਿਮੰਦਰ ਸਾਹਿਬ ਜਾਓਗੇ ਨਾ 2 ਨਿਸ਼ਾਨ ਸਾਹਿਬ ਝੁਲਦੇ ਹੈ, ਇੱਕ ਮੀਰੀ, ਜਿੱਥੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੋਵੇਗਾ ਉੱਥੇ 2 ਨਿਸ਼ਾਨ ਸਾਹਿਬ ਹੋਣਗੇ। ਅਤੇ ਮਹਾਰਾਜ ਦੀ ਮੀਰੀ 'ਤੇ ਆਪਾਂ ਵੇਖੀ ਹੈ ਕਿ ਮਹਾਰਾਜ ਨੇ 4 ਜੰਗ ਲੜੇ, ਅਤੇ 4 ਜੰਗਾਂ ਦੇ ਵਿੱਚ ਸਤਿਗੁਰੂ ਨੇ ਦੁਸ਼ਮਣ ਦਾ ਮੂੰਹ ਭੰਨਤਾ। ਅਤੇ ਜੇ ਮਹਾਰਾਜ ਦੀ ਪੀਰੀ ਵੇਖੀ ਹੈ ਅਤੇ ਬਾਬਾ ਸ਼੍ਰੀ ਚੰਦ ਦੇ ਬਾਰੇ ਇੱਕ ਕਥਾ ਸੁਣੀ ਆਪਾਂ ਕਿ ਮਹਾਰਾਜ ਸਾਹਿਬ ਜੀ ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਚੱਲਣ ਦਿਆ, ਅਤੇ ਭਾਈ ਗੁਰਦਾਸ ਵਰਗੇ ਸਿੱਖ ਬੈਠੇ, ਅਤੇ ਮਹਾਰਾਜ ਦੀ ਅਸ਼ਟਪਦੀ ਆਈ, ਸਾਧ ਕੈ ਸੰਗ ਮੁਖ ਸਾਧ ਸੰਗ ਮਲ, ਸਾਧ ਕੈ ਸੰਗ ਮਿਟੈ ਸਾਧ ਕੈ ਸੰਗ। ਅਤੇ ਗੁਰੂ ਹਰਗੋਬਿੰਦ ਸਾਹਿਬ ਚੜ੍ਹਦੀ ਜਵਾਨੀ ਮਾਰੇ ਬੜੇ ਸੁੰਦਰ ਹੈ। ਜਿੱਦਾਂ ਆਪਾਂ ਨੂੰ ਸ਼ੌਂਕ ਜਾਗਦਾ ਨਾ ਆਪਾਂ ਘੁੰਮਣ ਫਿਰਨ ਚੱਲੀਏ, ਜਦੋਂ ਬਾਣੀ ਸੁਣੀ ਅਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਗੁਰਦਾਸ ਜੀ ਇਸ ਵੇਲੇ ਕਿਹੜਾ ਸਾਧੂ ਆ ਪੁੱਜਿਆ, ਇੱਕ ਵਾਰੀ ਸਾਨੂੰ ਮਿਲਾ ਤੇ ਲਿਆਓ, ਚੱਲੀਏ ਵੇਖਣ ਆਪਾਂ ਵੀ ਜਿਹਦੀ ਗੱਲ ਬਾਣੀ 'ਚ ਕੀਤੀ ਕਿਤੇ ਹੈਗੇ ਵੀ ਕਿ ਸਾਰੇ ਠਾਗੀ ਆ, ਮੱਥਾ ਟਿਕਾਉਣ ਵਾਲੇ ਹੀ ਆ। ਤੋ ਇਸ ਕਰਕੇ ਮਹਾਰਾਜ ਸਾਹਿਬ ਦੇ ਬਚਨ ਮੁੱਖ 'ਚੋਂ ਸੰਗਤਾਂ ਦੇ ਨਿਕਲੇ, ਕਹਿੰਦੇ ਜੀ ਇਸ ਵੇਲੇ ਕੋਈ ਇੱਕੋ ਹੀ ਪੁੱਜਿਆ ਸਾਧੂ ਹੈ, ਗੁਰੂ ਨਾਨਕ ਸਾਹਿਬ ਦਾ ਸਪੁੱਤਰ ਬਾਬਾ ਸ਼੍ਰੀ ਚੰਦ। ਅੱਜ ਮੇਰੇ ਵਰਗੇ ਨੇ ਪੜ੍ਹਿਆ ਕੁਝ ਹੁੰਦਾ ਨਹੀਂ, ਇੱਕੋ ਹੀ ਪੰਕਤੀ ਪੜ੍ਹੀ ਜਾਂਦਾ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀਐ। ਉਹਨਾਂ ਨੇ ਤਾਂ ਬੰਦਗੀ ਵਾਸਤੇ, ਅਤੇ ਤੇਰੇ ਮੁੰਡੇ ਨੇ ਤਾਂ ਉੱਦਾਂ ਹੀ ਵਾਲੀਆਂ ਪਾਲੀਆਂ ਬੀਬੀਆਂ ਹੀ ਬਣ ਗਏ, ਮਾਫ਼ ਕਰਿਓ। ਅੱਜ ਸਮਾਂ ਕਿੱਦਾਂ ਦਾ,
ਹੁਣ ਬੀਬੀਆਂ ਮੇਰੀਆਂ ਭੈਣਾਂ ਨੂੰ ਦਾੜੀ ਨਹੀਂ ਆਈ ਹੈ ਨਾ, ਤੁਹਾਨੂੰ ਰੱਬ ਨੇ ਨਹੀਂ ਦਿੱਤੀ ਤੇ ਸਾਨੂੰ ਦਿੱਤੀ ਤੇ ਕਿਸੇ ਗੱਲੋਂ ਹੀ ਦਿੱਤੀ ਹੈ। ਤੇ ਉਹ ਕਹਿੰਦੇ ਮਾਫ ਕਰਿਓ, ਕਦੇ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਉਹਨਾਂ ਦੀ ਕਥਾ ਤੁਸੀਂ ਕੱਢ ਲਿਓ ਆਪ ਹੀ, ਬਹੁਤ ਉਹ ਤਾਂ ਹਨੇਰੀ ਲਿਆ ਦਿੰਦੇ ਆ। ਉਹ ਕਹਿੰਦੇ ਵੀ ਕਦੇ ਕੁਕੜੀ ਗਈ ਨਾਈ ਕੋਲੇ, ਕੁੱਕੜ ਗਿਆ ਨਾਈ ਕੋਲੇ ਵੀ ਕੁਕੜੀ ਦੀ ਕਲਗੀ ਨਹੀਂ ਹੈਗੀ ਤੇ ਮੇਰੀ ਵੀ ਕੱਟ ਦੇ, ਮੈਂ ਕੁਕੜੀ ਬਣਨਾ। ਕਹਿੰਦੇ ਸ਼ੇਰ ਗਿਆ ਨਾਈ ਕੋਲੇ ਵੀ ਤੂੰ ਮੇਰੀ ਵੀ ਦਾੜੀ ਕੱਟ ਦੇ, ਮੈਂ ਵੀ ਸ਼ੇਰ ਨਹੀਂ ਬਣਨਾ ਏ। ਕਹਿੰਦੇ ਉਹ ਸਿੱਖਾਂ ਦੇ ਪੁੱਤੋ ਜਾਗੋ, ਕਿਦਣ ਜਾਗਣਾ ਤੁਸੀਂ? ਜਿਹੜੀ ਚੀਜ਼ ਬੀਬੀਆਂ ਨੂੰ ਰੱਬ ਨੇ ਦਿੱਤੀ ਗਿਫਟ ਹੈ, ਜੇ ਤੁਹਾਨੂੰ ਕਿਸੇ ਗੱਲੋਂ ਹੀ ਦਿੱਤੀ ਤੁਸੀਂ ਕਾਹਤੋਂ ਜਾ ਕੇ ਬੀਬੀਆਂ ਬਣੀ ਜਾਂਦੇ ਜੇ? ਬੀਬੀਆਂ ਨਾ ਬਣੋ, ਮਰਦ ਬਣੀਦਾ ਹੁੰਦਾ, ਮਰਦ ਦੀ ਨਿਸ਼ਾਨੀ। ਹੁਣ ਕਈਆਂ ਨੂੰ ਦਾੜਾ ਉਤਰਦਾ ਹੀ ਨਹੀਂ ਤੇ ਕਿੰਨੇ ਬੁਰੇ ਲੱਗਦੇ ਬੰਦੇ। ਤੇ ਕਈਆਂ ਮਾਈਆਂ ਨੂੰ 1-1 ਫੁੱਟ ਦਾੜਾ ਆਇਆ, ਮੰਨਦੇ? ਇੰਗਲੈਂਡ ਦੇ ਵਿੱਚ ਵੀ ਇੱਕ ਬੀਬੀ ਹੈਗੀ 1 ਫੁੱਟ ਦਾੜਾ ਉਹਦਾ, ਸੋਨੇ ਦੀ ਡੱਬੀ 'ਚ ਕੇਸ ਪਾਉਂਦੀ ਹੈ, ਜਿਨ੍ਹਾਂ ਨੂੰ ਲਾਭ ਹੈ ਮਹਾਰਾਜ ਦੇ ਨਾਲ। ਆਪਾਂ ਨੂੰ ਕੀ ਪਤਾ ਨਕੰਮਿਆਂ ਨੂੰ, ਆਪਾਂ ਤੇ ਗੁੱਸਾ ਕਰਕੇ ਕਿਹਦਾ ਬਾਬਾ ਸਿਰ 'ਚ ਵੱਟਾ ਮਾਰਾਂ, ਜੇ ਮੇਰਾ ਵੱਸ ਚੱਲੇ ਨਾ ਇੰਨੇ ਜਾਣੇ ਤੇਰੇ ਲਾਗੇ ਨਾ ਹੁਣ ਫਿਰ ਦੱਸਾਂ ਤੈਨੂੰ। ਤੇ ਉਹ ਕਹਿਣ ਦਾ ਭਾਵ ਥੋੜ੍ਹਾ ਜਿਹਾ ਮੈਂ ਆਪਣੇ ਲਹਿਜੇ 'ਚ ਗੱਲ ਕਰ ਜਾਂਦਾ, ਵੈਸੇ ਬਹੁਤ ਵੱਡੀ ਦਾਤ ਹੈ। ਗੁਰੂ ਗੋਬਿੰਦ ਸਿੰਘ ਨੂੰ ਪੁੱਛ ਕੇ ਵੇਖਿਓ, ਮਹਾਰਾਜ ਸਾਹਿਬ ਦੇ ਕਿੰਨੇ ਸੋਹਣੇ ਲਾਲ ਸੀ। ਜਦੋਂ ਬਾਬਾ ਫਤਿਹ ਸਿੰਘ ਨੂੰ ਵੇਖੀਦਾ ਨਾ, ਮੂਵੀ ਵੇਖੀਦੀ ਹੈ, ਕਿੰਨਾ ਪਿਆਰਾ, ਤੇ ਮਹਾਰਾਜ ਦੀ ਗੋਦੀ 'ਚ ਬਹਿੰਦੇ ਹੋਣਗੇ ਜਦੋਂ ਉਹਨਾਂ ਦੀ ਸਾਹ ਰਗ ਇਕੱਠੀ ਹੋਵੇਗੀ। ਨਿੱਕੇ ਨਿੱਕੇ ਮਾਸੂਮਾਂ ਦੇ ਗੋਡੇ ਕੱਟੇ ਸੀ, ਪਤਾ ਕਾਹਤੋਂ? ਸੂਬੇ ਨੇ ਆਖਿਆ ਪੁੱਤ ਕੁਛ ਨਹੀਂ ਕਹਿੰਦਾ, ਆ ਨਿੱਕਾ ਜਿਹਾ ਜੂੜਾ ਕਟਾ ਦੇ, ਇਹ ਸ਼ਰਤ ਸੀ ਉੱਥੇ। ਤੇ ਬਾਬਾ ਫਤਿਹ ਸਿੰਘ 7 ਸਾਲ ਦਾ ਬੱਚਾ ਕਿੰਨਾ ਕਹਿ ਕਹਿੰਦੇ ਸੀ, ਨਹੀਂ सच को मिटाओगे तो मिटोगे जहान से, डरता नहीं शहनशाह बादशाह की शान से। असी शहनशाह दे पुत्त हां, तुहाडे तो कोई नहीं डरदे जे। वो कहंदा फिर पुत्त तुहाडी माँ भी चलेगी, तुहाडा बाप, तुहाडे भरा भी शहीद हो गए, तुहाडा संस्कार नहीं किसे करना। एक बारी दिलों ला के वेखियो कि भाई साहब ने पढ़िया सी ना शब्द, जे चले उस सरहंद नूं मेरे लालां दे नाल रह के किते रात गुजार के वेखी, उत्थे दाल खा के मोड़ आईदा, पकौड़े खा। कदे लाला नाल रात रह के पुछियो बाबा फतेह सिंह जी तुहाडी साह रग क्यों कट्टी सी, बाबा फतेह सिंह तुहाडे गोडे कातों कट्टे सी? वो आवाज़ देणगे कहंदे असीं अपना जूड़ा नहीं कटाया तां कट्टे सी। अज कोई कथा सुन के नहीं राजी, इहो जी कथा तो किते होनी नहीं चाहिए जिहड़ी इदां दी है। दूजी सुणाओ जिहड़ी सानू मिठी लगे, आखो सतनाम। चले मैं भी जाना एक दिन, आपां भी संगते, आपां नूं ते लोईयां मिल जाणीआं। तुसीं प्यार कर दिओ, बंदा मरू आ जाना। तुसीं अपने ते भोग भी पऊ, संगत आऊ, कीर्तन भी होऊगा। गुरु दे लालां ते 2 मीटर कपड़ा नहीं पाया किसे, पर मारे दे लालां ने जकारे छड्डे, किते पुत्रां वालिओ भुल ना जाओ। ते भुल जाना ही है, क्योंकि बुलारा भी कोई खुल के तुहानूं दसना नहीं चाहुंदा, डरदा तुहाडे तों। ते बाकी संगत आप भी कह दिंदी भी इदां दी कथा नहीं करनी ज्ञानी जी। ते जदों सारा कुछ बंद ही हो गया तो यादां ही भुल जाणियां, फिर किन्ने लालां नूं याद करना। पर आपां तां जिन्ना चिर साह चलदे जरूर करांगे, भावें कोई होवे खुश ते भावें हो जे नाराज। हुण तुहानूं खुश करना है तो आओ चलीए गुरु हरगोबिंद साहिब दे दरबार। गज के आखो सतनाम श्री सतनाम श्री वाहिगुरू, सतनाम श्री वाहिगुरू जी। सच्चे पातशाह महाराज पांधे नूं कह रहे पहली जोत विच, कहंदे रो ना, कहंदे बाबा मेरे नाल कोई हैगा? महाराज कहंदे असीं हैगे आ। जिहड़ा सानूं सच्चे दिलों प्यार करदा उस लई 2 दरगाहां दे विच खड़ोने, इत्थे उत्थे। ऐसी घटना हुण तुहाडे सामने रखां गुरु हरगोबिंद साहिब दे, जिन्हां ने प्यार कीता। महाराज साहिब जी उत्थे गए, कहंदे जी साधु वेखना कोई पुज्जिया। सिखां ने आख्या फिर बाबा श्री चंद जी है। तो जदों पता लगा ना सतगुरु आ रहे हैं, तो बाबा श्री चंद जी बंदकी दे विच भेजे सी, ते अपने सेवक नूं कहंदे भी जदों इत्थे आ गए, पहलों कहंदे भी ये कौन आउंदिया? मारे ना 2200 घोड़ सवार, धूड़ उड़दी आवे, नगारे वजदे आउण। ते कहण लगे आ किहड़ा राजा आ गया? कहंदे जी राजा नहीं, गुरु नानक दी गद्दी दा 6वां पीर आ रहा, 6ठम पीर बैठा गुर भारी। कि तुहाडे ब्लड दे विच कीड़ियां नहीं फिरदियां सुन के? ਜਦੋਂ इदां बोलीदा ਤਾਂ ਹੋਰ ਤਰ੍ਹਾਂ महसूस ਹੁੰਦਾ, ਝਰਨਾਟ ਪੈਂਦੀ। ਜੇ ਤਾਂ ਪੈਂਦੀ ਤੁਹਾਨੂੰ ਸਮਝ ਲਓ ਤੁਹਾਡੇ ਜ਼ਮੀਰ ਜਾਗਦੇ ਆ, ਜੇ ਨਹੀਂ ਪੈਂਦੀ ਤੇ ਫਿਰ ਮਰੇ ਹੀ ਆ।
ਅੱਜ ਵੀ ਜਦੋਂ ਗੁਰੂ ਦਾ ਇਤਿਹਾਸ ਚੱਲਦਾ ਤਾਂ ਅੰਦਰ ਇੱਕ ਵਾਰੀ ਹਲਚਲ ਮੱਚਦੀ ਹੈ। ਕਹਿੰਦੇ ਜੀ ਇਹ 6ਵਾਂ ਪੀਰ ਆ ਰਿਹਾ ਹੈ। ਕਹਿਣ ਲੱਗੇ ਅੱਛਾ ਮੀਰੀ ਪੀਰੀ ਵਾਲਾ ਆ ਰਿਹਾ। ਚਲੋ ਅੱਜ ਦੀ ਪੀਰੀ ਪਰਖਦੇ ਆ ਕਿ ਪਾਸ ਹੁੰਦੇ ਕਿ ਨਹੀਂ, ਕੱਲੀਆਂ ਤਲਵਾਰਾਂ ਹੀ ਪਾਈ ਫਿਰਦੇ ਐ। ਉੱਥੇ ਬਾਬਾ ਸ਼੍ਰੀ ਚੰਦ ਨੇ ਸਮਾਧੀ ਲਾ ਲਈ। ਆਪਣੇ ਸੇਵਕ ਨੂੰ ਕਹਿੰਦੇ ਵੀ ਇਹਨਾਂ ਨੂੰ ਕਹਿ ਦਿਓ ਵੀ ਸਾਨੂੰ ਬੁਲਾਇਓ ਨਾ, ਅਸੀਂ ਆਪੇ ਮਿਲਾਂਗੇ। ਚੰਗੇ ਆਪੇ ਮਿਲਣਾ ਸੀ। 1 ਦਿਨ 2 ਦਿਨ 3 ਦਿਨ 15 ਦਿਨ 20 ਦਿਨ, ਇੱਥੇ ਤੇ 10 ਮਿੰਟ ਭਾਈ ਨਾ ਲੱਭੇ ਤਾਂ ਭੜਥੂ ਪੈ ਜਾਂਦਾ। ਅੱਜ ਮੈਂ ਵੀ ਥੋੜ੍ਹਾ ਜਿਹਾ ਲੇਟ ਮਾਫੀ ਚਾਹੁੰਦਾ, 5-7 ਮਿੰਟ, ਤੇ ਭਾਈ ਸਾਹਿਬ ਨੇ ਆਉਂਦੇ ਕਹਿੰਦਾ ਆਪਾਂ ਕਿੱਧਰੋਂ ਆਏ ਅੱਜ ਲੇਟ ਆ ਨਾ। ਤੋ ਇਸ ਕਰਕੇ ਹੁੰਦਾ ਏ। ਪਰ ਉੱਥੇ ਸੰਗਤ ਕਾਹਲੀ ਪੈ ਗਈ। ਕਹਿੰਦੇ ਮਹਾਰਾਜ ਤੁਸੀਂ ਮੀਰੀ ਪੀਰੀ ਦੇ ਮਾਲਕ ਕੇ ਨੰਗਾ ਜਿਹਾ ਸਾਧੂ। ਬਾਬੇ ਸ਼੍ਰੀ ਚੰਦ ਨੂੰ ਕਹਿੰਦੇ ਨਾ ਇਹਦਾ ਰੰਨ ਨਾ ਕੰਨ, ਨਾ ਇਹਦਾ ਕੋਈ ਬੱਚਾ ਨਾ ਕੁਝ, ਤੇ ਅਸੀਂ ਘਰਾਂ ਨੂੰ ਜਾਣਾ, ਸਾਡੇ ਜਵਾਕ ਰੋਂਦੇ ਆ। ਇਹ ਤਾਂ ਬਹਿ ਗਿਆ ਧੂਏ ਤੇ। ਮਹਾਰਾਜ ਕਹਿੰਦੇ ਭਾਈ ਜਿੰਨੇ ਜਾਣਾ ਜਾਓ, ਮੁਬਾਰਕ ਹੈ, ਜਾਓ। ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਦਰਾਂ ਵਾਲੇ ਕਹਿੰਦੇ ਮਹਾਰਾਜ ਤੁਸੀਂ ਕਿਉਂ ਬੈਠੇ ਹੋ? ਕਹਿੰਦੇ ਤੁਹਾਨੂੰ ਕੀ ਪਤਾ, ਹੁਣ ਸਾਡੀ ਦਿਲੋਂ ਲੱਗੀ ਆ। ਤੇ ਜਿਨ੍ਹਾਂ ਦੀ ਦਿਲੋਂ ਲੱਗ ਜੇ ਫਿਰ ਦਿਲ ਦੀ ਗੱਲ ਸਮਝਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨਹੀਂ। ਕਹਿੰਦੇ ਅੱਜ ਸਾਡੀ ਪਰਖ ਹੈ, ਸਾਡਾ ਪੇਪਰ ਹੈ। ਜਿੱਦਾਂ ਤੁਹਾਡੇ ਬੱਚਿਆਂ ਦਾ ਹੁੰਦਾ ਨਾ ਵੀ ਇੰਨੇ ਬੈਂਡ ਆਉਣੇ, ਮਹਾਰਾਜ ਕਹਿੰਦੇ ਸਾਡਾ ਪੇਪਰ ਪੈ ਗਿਆ ਬ੍ਰਹਮ ਗਿਆਨੀ ਕੋਲੇ। ਉਹਨੇ ਪਰਖਿਆ ਵੀ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਵੀ ਇਹਨਾਂ ਕੋ ਪੀਰੀ ਹੈਗੀ ਹੈ ਕਿ ਗੱਲਾਂ ਵਾਲੀ ਹੈ। ਮੀਰੀ ਤਾਂ ਮਹਾਰਾਜ ਦੀ ਤੇਗ ਨੇ ਦੱਸਤੀ, ਜਦੋਂ ਲਲਾ ਵੇਖਦੇ ਇੱਧਰਲੇ ਮੋਢੇ ਤੇ ਤੇਗ ਮਾਰੀ ਤੇ ਘੋੜੇ ਸਮੇਤ ਹੀ 2 ਟੋਟੇ ਕਰਦੇ। 1 ਘੰਟੇ ਤੋਂ ਵੱਧ ਘੋੜਾ ਸਵਾਰੀ ਨਹੀਂ ਸੀ ਚੱਲਦਾ ਗੁਰੂ ਹਰਗੋਬਿੰਦ ਸਾਹਿਬ ਦੀ, ਇੰਨਾ ਮਹਾਰਾਜ ਦਾ ਸਰੀਰ ਤਕੜਾ ਸੀ। ਡੀਲ ਡੋਲ ਬਦਲਣਾ ਪੈਂਦਾ ਸੀ ਘੋੜਾ ਸਤਿਗੁਰੂ। ਤਾਂ ਹੀ ਬਾਬੇ ਬੁੱਢੇ ਦੇ ਬਚਨ ਹੋਏ ਸੀ ਨਾ ਮਾਤਾ ਗੰਗਾ ਨੂੰ, ਜਦੋਂ ਗੰਢੇ ਤੇ ਮੁੱਕੀ ਮਾਰੀ, ਕਹਿੰਦੇ ਇੱਦਾਂ ਦਾ ਪੁੱਤ ਪੈਦਾ ਹੋਊਗਾ ਦੁਸ਼ਮਣ ਦਾ ਸਿਰ ਭੰਨ ਕੇ ਰੱਖ ਦੇਗਾ। ਇਸ ਕਰਕੇ ਪੂਰੇ 6 ਮਹੀਨੇ ਬਾਰਠ ਗੁਰਦਾਸਪੁਰ ਦੀ ਧਰਤੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਬੂਹੇ ਤੇ ਮੀਰੀ ਪੀਰੀ ਦਾ ਮਾਲਕ ਬੈਠਾ ਰਿਹਾ। ਝੁਕਣ ਵਾਸਤੇ ਨਹੀਂ ਬੈਠਾ। ਇੱਕ ਪਰਖ ਸੀ। ਜਦੋਂ ਪੂਰੇ 6 ਮਹੀਨੇ ਬਤੀਤ ਹੋ ਗਏ ਤੇ ਅੰਮ੍ਰਿਤ ਵੇਲੇ ਮਹਾਰਾਜ ਆਸਾ ਦੀ ਵਾਰ ਪੜ੍ਹ ਰਹੇ, ਬਾਬਾ ਸ਼੍ਰੀ ਚੰਦ ਜੀ ਆਪ ਉੱਠ ਕੇ ਆਏ। ਉੱਠ ਕੇ ਆ ਕੇ ਫਤਿਹ ਬੁਲਾਈ ਤੇ ਮੱਥਾ ਟੇਕਿਆ ਤੇ ਨਾਲ ਹੀ ਹੱਸ ਕੇ ਕਹਿੰਦੇ ਅੱਜ ਤੁਹਾਡੀ ਪੀਰੀ ਪਾਸ ਹੋ ਗਈ ਪਾਤਸ਼ਾਹ। ਗੱਲਾਂ ਨਾਲ ਨਹੀਂ, ਇੱਥੇ ਬਹਿਣਾ ਪੈਂਦਾ ਏ। ਜਿਹੜਾ ਬਹਿੰਦਾ ਏ ਉਹੀ ਸੌਦਾ। ਮਹਾਰਾਜ ਸਾਹਿਬ ਫਿਰ ਗਲ ਮਿਲੇ, ਬੜਾ ਆਨੰਦ ਬਣਿਆ ਉੱਥੇ। ਇਸ ਕਰਕੇ ਬਾਅਦ ਵਿੱਚ ਇਹ ਵੀ ਬਚਨ ਹੋਇਆ ਸੀ, ਕਹਿੰਦੇ ਜੀ ਇਹ ਬੱਚੇ ਕਿਹਦੇ ਆ? 5 ਪੁੱਤ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਦੇ। ਆਖੋ ਸਤਨਾਮ। ਕਹਿੰਦੇ ਜੀ ਤੁਹਾਡੇ ਹੀ ਹੈ। ਕਹਿੰਦੇ ਸਾਨੂੰ ਵੀ ਕੋਈ ਦਓਗੇ ਕਿ ਆਪਦੇ ਕੋਲੇ ਰੱਖੋਗੇ? ਬਾਬਾ ਸ਼੍ਰੀ ਚੰਦ ਜੀ ਬਿਹੰਗਮ ਸੀ, ਵਿਆਹ ਨਹੀਂ ਕਰਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੀ ਜਿਹੜਾ ਮਰਜ਼ੀ ਪਸੰਦ ਕਰ ਲਓ, ਤੁਹਾਡੇ ਹੀ ਹੈ। ਆਪਾਂ ਕਿੰਨੇ ਕਰਮਾਂ ਵਾਲੇ ਹਾਂ ਡੱਲੇ ਵਾਸੀ ਸੰਗਤ ਜੀ। ਮਹਾਰਾਜ ਬਾਬਾ ਸ਼੍ਰੀ ਚੰਦ ਜੀ ਨੇ 5 ਪੁੱਤਰਾਂ ਵੱਲ ਨਿਗਾਹ ਫੇਰੀ ਤੇ ਕਿਹਨੂੰ ਚੁਣਿਆ? ਬਾਬਾ ਗੁਰਦਿੱਤਾ ਜੀ ਨੂੰ। ਤੇ ਬਾਬਾ ਗੁਰਦਿੱਤਾ ਜੀ ਮਾਤਾ ਦਮੋਦਰੀ ਸਾਹਿਬ ਦੇ ਸਪੁੱਤਰ ਨੇ। ਮਾਤਾ ਦਮੋਦਰੀ ਸਾਡੀ ਮਾਂ ਏ। ਐਸ ਨਗਰ ਦੇ ਵਿੱਚ ਖੇਡੀ ਪਲੀ ਆ ਧਰਤੀ ਉਹਦੇ ਚਰਨ ਪਿਆਰ ਦੇ। ਵੇਖੋ ਬੰਦਗੀ ਦੀਆਂ ਰੂਹਾਂ। ਬਾਬੇ ਗੁਰਦਿੱਤੇ ਨੂੰ ਗੋਦੀ 'ਚ ਲਿਆ ਸੀ ਬਾਬੇ ਸ਼੍ਰੀ ਚੰਦ ਨੇ। 151 ਸਾਲ ਦੀ ਕਮਾਈ ਬਾਬੇ ਗੁਰਦਿੱਤੇ ਦੀ ਝੋਲੀ 'ਚ ਪਾਈ। ਬਾਬੇ ਗੁਰਦਿੱਤੇ ਨੇ ਤੇ ਮਾਤਾ ਨਿਹਾਲ ਕੌਰ ਨੇ ਬਾਬੇ ਸ਼੍ਰੀ ਚੰਦ ਦੀ ਸੇਵਾ ਕੀਤੀ। ਫਿਰ ਉਹਨਾਂ ਦੇ ਘਰ ਪੁੱਤ ਪੈਦਾ ਹੋਇਆ ਜਿਹਦਾ ਨਾਂ ਸੀ ਗੁਰੂ ਹਰ ਰਾਏ ਸਾਹਿਬ ਜੀ। ਤੇ ਗੱਦੀ ਪੋਤਰੇ ਨੂੰ ਮਿਲੀ, ਪੁੱਤ ਨੂੰ ਨਹੀਂ। ਫਿਰ ਗੁਰੂ ਹਰ ਰਾਏ ਸਾਹਿਬ ਦੇ ਘਰ ਪੁੱਤਰ ਹੋਇਆ ਗੁਰੂ ਹਰਕ੍ਰਿਸ਼ਨ ਜੀ। ਫਿਰ ਪੜਪੋਤੇ ਨੂੰ ਗੱਦੀ। ਫਿਰ ਜਾ ਕੇ ਬਾਬੇ ਬਕਾਲੇ, ਜਦੋਂ ਉੱਥੇ ਬੰਗਲਾ ਸਾਹਿਬ ਜਿੱਥੇ ਗੁਰਦੁਆਰਾ ਇਤਿਹਾਸ ਤਾਂ ਜੀ ਕਰਦਾ ਸਾਰਾ ਹੀ ਸੁਣਾਉਂਦੇ, ਜਦੋਂ ਖੁੱਲ੍ਹਦਾ ਏ ਉਸ ਵੇਲੇ ਮਾਰੇ ਕਹਿੰਦੇ ਬਾਬਾ ਵਸੇ ਗ੍ਰਾਮ ਬਕਾਲੇ। ਪਹਿਲਾਂ ਪੋਤਰੇ ਨੂੰ, ਫਿਰ ਪੜਪੋਤੇ ਨੂੰ, ਤੇ ਫਿਰ ਵਾਪਸ ਪੁੱਤਰ ਕੋ। ਗੁਰੂ ਤੇਗ ਬਹਾਦਰ ਸਾਹਿਬ ਸਪੁੱਤਰ ਨੇ ਗੁਰੂ ਹਰਗੋਬਿੰਦ ਸਾਹਿਬ ਦੇ। ਇਹ ਇਤਿਹਾਸ ਥੋੜ੍ਹਾ ਜਿਹਾ ਨੋਟ ਕਰਕੇ ਰੱਖਿਓ। ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਜਿਹੜੇ ਗੁਰੂ ਹਰ ਰਾਏ ਸਾਹਿਬ ਜੀ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨਹੀਂ ਹੈ, ਪੋਤਰੇ ਹੈ। ਨਾਲ ਬਾਬਾ ਸ਼੍ਰੀ ਚੰਦ ਦੇ ਵੀ ਪੋਤਰੇ ਲੱਗਦੇ, ਕਿਉਂਕਿ ਜਦੋਂ ਆਪਾਂ ਕਿਸੇ ਨੂੰ ਗੋਦੀ 'ਚ ਹੀ ਲੈ ਲਈਏ, ਕਈਆਂ ਨੇ ਬੱਚੇ ਗੋਦੀ ਲਏ ਤੇ ਉਹ ਜਿੰਨੀ ਜਾਇਦਾਦ ਹੁੰਦੀ ਫਿਰ ਉਹਨਾਂ ਨੂੰ ਦਿੰਦੇ। ਤੇ ਬਾਬੇ ਦੀ ਜਿੰਨੀ ਕਮਾਈ ਸੀ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ। ਇਹ ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰ ਰਾਏ ਸਾਹਿਬ ਤੇ ਫਿਰ ਘੁੰਮ ਗਈ ਗੱਦੀ ਵਾਪਸ। ਚੱਲੀ ਪੀੜੀ ਸੋਢੀਆਂ।
ਤੇ ਆਪਾਂ ਬਚਨ ਕਰ ਰਹੇ ਸੀ, ਮੈਂ ਸੁਣਾ ਕੇ ਤੁਹਾਡੇ ਤੋਂ ਖਿਮਾ ਜਾਵਾਂ, ਵਾਰੇ ਜਾਵਾਂ। ਗੁਰੂ ਹਰਗੋਬਿੰਦ ਸਾਹਿਬ ਬ੍ਰਹਮ ਗਿਆਨੀ ਬਾਬਾ ਸੁਥਰਾ ਜੀ, ਇਹਦੇ ਬਿਨਾਂ ਇਤਿਹਾਸ ਅਧੂਰਾ ਰਹਿੰਦਾ। ਆਖੋ ਸਤਨਾਮ। ਜਿਹਦਾ ਤੁਸੀਂ ਪਿਆਰ ਨਾ ਹੋਣੇ, ਇਹ ਵੀ ਬੜਾ ਪਿਆਰਾ ਸੀ, ਮਹਾਰਾਜ ਨੇ ਪਾਲਿਆ ਸੀ। ਇੱਕ ਦਿਨ ਮਹਾਰਾਜ ਕਹਿੰਦੇ ਉਰੇ ਆ, ਕਹਿੰਦਾ ਜੀ 7 ਵਜਨ। ਮਹਾਰਾਜ ਕਹਿੰਦੇ ਤੂੰ ਇੱਥੇ ਸੰਗਤਾਂ ਨੂੰ ਤੰਗ ਕਰਦਾ ਰਹਿਣਾ, ਹਸਾਉਂਦਾ ਰਹਿਣਾ, ਕਿਤੇ ਬਾਹਰ ਵੀ ਜਾ ਆਇਆ ਕਰ, ਕਿਤੇ ਸੰਗਤਾਂ ਹੋਰ ਵੀ ਕਿਤੇ ਭਲਾ ਕਰ ਦਿਆ ਕਰ, ਤੇ ਤੂੰ ਲਾਗੇ ਲਾਗੇ ਰਹਿਣਾ ਹੈ। ਕਹਿੰਦਾ ਮਹਾਰਾਜ ਦੱਸੋ ਕਿੱਥੇ ਜਾਵਾਂ। ਪਾਤਸ਼ਾਹ ਕਹਿੰਦੇ ਕੋਈ ਦਿਖਾ ਸਿੱਖੀ ਦਾ ਜਲਵਾ ਆਸੇ ਪਾਸੇ। ਕਹਿੰਦੇ ਮਹਾਰਾਜ ਫਿਰ ਇੱਦਾਂ ਕਰੋ, ਨਿੱਕੇ ਮੋਟੇ ਥਾਂ 'ਤੇ ਮੈਂ ਜਾਂਦਾ ਨਹੀਂ, ਮੈਂ ਜਾਊਂ ਤੇ ਚੰਗੇ ਥਾਂ ਜਾਊਂ। ਕਹਿੰਦੇ ਕਿੱਥੇ ਜਾਣਾ ਹੀ? ਕਹਿੰਦੇ ਮਹਾਰਾਜ ਮੇਰੇ ਸਿਰ 'ਤੇ ਹੱਥ ਰੱਖੋ, ਮੈਂ ਦਿੱਲੀ ਦੇ ਬਾਦਸ਼ਾਹ ਨੂੰ ਦਿਨੇ ਤਾਰੇ ਵਿਖਾ ਦੂੰ। ਵੇਖੋ ਸਿੱਖਾਂ ਦੀ ਪਹੁੰਚ, ਹੱਥ ਕਿੱਥੇ ਪਾਇਆ? ਜਿੱਥੇ ਮੋਦੀ ਬੈਠਾ ਅੱਜ। ਇੱਕ ਆਮ ਜਿਹਾ ਬੰਦਕੀ ਵਾਲਾ ਸਿੱਖ ਕਹਿੰਦੇ ਮਹਾਰਾਜ ਫਿਰ ਕਲਾ ਹੀ ਵਿਖਾਉਣੀ ਸਿੱਖੀ ਦੀ, ਤੇ ਚੰਗੇ ਥਾਂ ਹੀ ਵਿਖਾਵਾਂਗੇ, ਤੇ ਮਾੜੇ ਕਿਤੇ ਥਾਂ ਕੇ ਮਦਾਰੀ ਵਾਲੇ ਕੌਤਕ ਥੋੜ੍ਹਾ ਕਰਨੇ ਆ। ਮਹਾਰਾਜ ਨੇ ਆਖਿਆ ਸ਼ਾਬਾਸ਼ ਸ਼ਾਬਾਸ਼। ਚੱਕਿਆ ਆਪਣਾ ਚੋਲਾ ਤੇ ਝੋਲਾ, 2 ਚੀਜ਼ਾਂ ਹੁੰਦੀਆਂ ਫਕੀਰਾਂ ਦਾ ਗਹਿਣਾ, ਚੋਲਾ ਝੋਲਾ। ਝੋਲੇ 'ਚ ਪੋਥੀ ਹੁੰਦੀ ਹੈ ਤੇ ਚੋਲਾ ਤਨ 'ਤੇ ਹੁੰਦਾ, ਬਾਤਾ ਕੁਝ ਨਹੀਂ ਜੋੜਦੇ। ਤੋ ਚਲੇ ਗਏ ਦਿੱਲੀ। ਜਾਂਦਿਆਂ ਇੱਕ ਵਾਰ ਕੱਢੀ ਗੇੜੀ ਦਿੱਲੀ ਦੇ ਵਿੱਚ, ਤੇ ਸਭ ਤੋਂ ਮੇਨ ਮਸਜਿਦ ਸੀ ਜਾਮਾ ਮਸਜਿਦ ਦਿੱਲੀ ਦੇ ਵਿੱਚ। ਜਾ ਬੜੀਆਂ ਫੌਜਾਂ ਉੱਥੇ। ਉੱਥੇ ਜਾ ਕੇ ਉਹ ਨਮਾਜ਼ ਪੜ੍ਹਨ ਦਾ, ਤੇ ਇਹਨੇ ਜਾ ਕੇ ਜਕਾਰਾ ਛੱਡਤਾ। ਕਹਿੰਦਾ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਗੁਰੂ ਹਰਗੋਬਿੰਦ ਸਾਹਿਬ, ਚਿੱਟਿਆਂ ਬਾਜਾਂ ਵਾਲਿਆਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਗੁਰੂ ਮਹਾਰਾਜ ਦੇ ਨਾਅਰੇ ਛੱਡਤੇ। ਉੱਥੇ ਸਿੱਖ ਦੀ ਪਛਾਣ ਹੀ ਹੈ, ਜਦੋਂ ਫਤਿਹ ਬੁਲਾਉਂਦਾ ਜਕਾਰਾ ਛੱਡਦਾ, ਫਿਰ ਪਤਾ ਲੱਗਦਾ ਇਹ ਸਿੱਖਾਂ ਦੇ ਬੱਚੇ। ਉੱਦਾਂ ਕੀ ਪਤਾ ਕੀ ਹੈ, ਮੂੰਹ 'ਤੇ ਥੋੜ੍ਹਾ ਲਿਖਿਆ। ਤੋ ਇਸ ਵੇਲੇ ਜਦੋਂ ਉੱਥੇ ਜਾ ਕੇ ਬੋਲਿਆ, ਤੇ ਉੱਥੇ ਮੁਸਲਮਾਨ ਸੀ, ਉਹਨਾਂ ਦਾ ਬੋਲ ਬਾਲਾ ਸੀ, ਉਹਨਾਂ ਨੇ ਫੜ ਕੇ ਕੁੱਟਤਾ। ਕਹਿੰਦੇ ਵੀ ਗੈਰ ਧਰਮ ਦਾ ਬੰਦਾ ਸਾਡੀ ਮਸਜਿਦ ਦੇ ਵਿੱਚ ਜਦੋਂ ਕੁੱਟਿਆ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਿੱਖ ਕਿੱਦਾਂ ਦੇ ਹੈ? ਜਦੋਂ ਕੁੱਟਿਆ ਤੇ ਧੱਕੇ ਮਾਰ ਕੇ ਕੱਢਣ ਲੱਗੇ। ਕਹਿੰਦਾ ਜਿਸ ਜੁੱਤੀ ਦੇ ਨਾਲ ਕੁੱਟਿਆ ਜੇ ਨਾ, ਜੇ ਇਸੇ ਜੁੱਤੀ ਨੂੰ ਮੱਥਾ ਨਾ ਟਿਕਾਇਆ, ਮੈਨੂੰ ਹਰਗੋਬਿੰਦ ਸਾਹਿਬ ਦਾ ਪੁੱਤ ਨਾ ਆਖਿਓ। ਉਹਨਾਂ ਕਿਹਾ ਕੋਈ ਕਮਲਾ ਰਮਲਾ ਹੈਗਾ, ਪਰੇ ਭਜਾਓ ਇਹਨੂੰ। ਫਿਰ ਉਹ ਕਿੱਥੇ ਗਿਆ? 7-8 ਦਿਨ ਉੱਥੇ ਰਿਹਾ, ਤੇ ਮੋਚੀ ਕੋ ਗਿਆ। ਮੋਚੀ ਨੂੰ ਕਹਿੰਦਾ ਮੋਚੀ ਸਾਹਿਬ ਜੁੱਤੀ ਬਣਾਉਣੀ ਆ। ਕਹਿੰਦੇ ਮਹਾਰਾਜ ਬਣਾਓ। ਕਹਿੰਦੇ ਸਪੈਸ਼ਲ ਬਣਾਉਣੀ, ਪੈਸੇ ਜਿੰਨੇ ਮਰਜ਼ੀ ਲੈ ਲਈ। ਕਹਿੰਦੇ ਮੇਚਾ ਦਿਓ। ਕਹਿੰਦੇ ਮੇਚਾ ਨਹੀਂ ਦੇਣਾ, ਇੱਦਾਂ ਕਰ 1.5 ਫੁੱਟ ਦੀ 2 ਫੁੱਟ ਦੀ ਜੁੱਤੀ ਤਿਆਰ ਕਰ। ਮੋਚੀ ਕਹਿੰਦਾ ਕਿੰਨੇ ਪਾਉਣੀ ਹੈ? ਐਡਾ ਪੈਰ ਤਾਂ ਕਿਸੇ ਦਾ ਹੈ ਹੀ ਨਹੀਂ। ਕਹਿੰਦੇ ਤੂੰ ਪੈਸੇ ਲੈਣੇ ਕਿ ਤੂੰ ਕੀ ਕਰਨਾ? ਬੂਟੇ ਗਿਣਨੇ ਕਿ ਅੰਬ ਖਾਣੇ ਹੈ? ਆਪਾਂ ਤਾਂ ਕੇਲੇ ਛਕਣੇ ਆ ਗਏ। ਆਖੋ ਸਤਨਾਮ। ਤੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਕੱਲ੍ਹ ਅੰਬ ਛਕਾਏ ਸੀ, ਤਾਂ ਖਾਓ ਤਗੜੇ ਹੋ ਕੇ। ਇਹ ਕਿਤੇ ਲੱਭਣੇ ਆ? ਦੁਕਾਨ 'ਤੇ ਹੋਰ ਚੀਜ਼ ਹੁੰਦੀ ਹੈ, ਇੱਥੇ ਹੋਰ ਚੀਜ਼ ਹੁੰਦੀ ਹੈ। ਉੱਥੇ ਕੇਲੇ ਸੀ, ਇੱਥੇ ਪ੍ਰਸ਼ਾਦ ਬਣ ਗਿਆ ਨਾ ਬਾਪੂ ਕੋਲ ਆ ਕੇ। ਕਿਉਂਕਿ ਆਪਾਂ ਵੀ ਚੋਰ ਉਚੱਕੇ ਪਾਪੀ ਸੀ ਬਾਹਰ, ਮਾੜੇ ਕਰਮਾਂ ਵਾਲੇ। ਜਦੋਂ ਸੰਗਤ ਵਿੱਚ ਆ ਕੇ ਬਹਿ ਗਏ ਤੇ ਕੀ ਬਣ ਗਏ? ਗੁਰੂ ਕੀ ਸੰਗਤ ਦਾ ਦਰਜਾ ਮਿਲ ਗਿਆ। ਤੋ ਮਹਾਰਾਜ ਸਾਹਿਬ ਦੀ ਕਿਰਪਾ ਹੋਈ, ਜੁੱਤੀ ਤਿਆਰ ਹੋ ਗਈ। ਇੱਕ ਛਿੱਤਰ ਚੱਕਿਆ, ਤੇ ਰਾਤ ਨੂੰ 12 ਵਜੇ ਜਾ ਕੇ ਮਸਜਿਦ ਦੇ ਬੂਹੇ 'ਤੇ ਰੱਖ ਆਇਆ। ਤੇ ਜਦੋਂ ਸਵੇਰੇ ਮਲਾਣੇ ਨੇ ਬੂਹਾ ਖੋਲ੍ਹਿਆ, ਤੇ ਹੁਣ ਉਹ ਬੜਾ ਸੋਹਣਾ ਕਢਾਈ ਦਾ ਜੋੜਾ, ਤੇ ਹੈ ਵੀ 2.25 ਫੁੱਟ। ਤੇ ਉਹਨੇ ਤੇ ਰੌਲਾ ਪਾਤਾ, ਮੇਰੇ ਵਰਗੇ ਨੇ ਕਿਦਾਂ ਨਾ ਸੰਗਤ ਤੋਂ ਮੱਥਾ ਹੀ ਟਿਕਾਉਣੇ, ਪੈਸੇ 4 ਲੈਣੇ। ਉਹਨੇ ਸਾਰਿਆਂ ਨੂੰ ਕਹਿੰਦਾ ਲਾ ਅੱਲਾ ਇਲੱਲਾ। ਭੱਜੇ ਸਾਰੇ। ਕਹਿੰਦੇ ਕੀ ਹੋਇਆ? ਕਹਿੰਦੇ ਰਾਤੀ ਖੁਦਾ ਆਇਆ ਸੀ, ਤੇ ਇੱਕ ਗਿਫਟ ਦੇ ਕੇ ਗਿਆ। ਇਹ ਖੁਦਾ ਦਾ ਜੋੜਾ ਹੈ ਨਾ, ਸਾਰਿਆਂ ਦੇ ਪੈਰ ਨਿੱਕੇ ਨਿੱਕੇ। ਤੇ ਸਾਰੇ ਜਿੰਨੇ ਉੱਥੇ ਭਾਈਚਾਰਾ ਸੀ ਉਹਨਾਂ ਦਾ, ਸਾਰਿਆਂ ਨੇ ਜੁੱਤੀ ਨੂੰ ਮੱਥਾ ਟੇਕਿਆ। ਕਈਆਂ ਨੇ ਚੁੰਮਿਆ ਵੀ, ਕਿਉਂਕਿ ਆਪਾਂ ਵੀ ਇੱਦਾਂ ਦੇ ਕੋਈ ਦੱਸ ਦੇਵੇ ਵੀ ਫਲਾਣੇ ਥਾਂ ਜਗ੍ਹਾ ਭੱਜ ਕੇ ਜਾਵਾਂਗੇ। ਤੋ ਕਹਿਣ ਲੱਗੇ ਉਸ ਵੇਲੇ ਆ ਜਿਹੜੀਆਂ ਇੱਦਾਂ ਮੱਥਾ ਟੇਕਣ ਦੀਆਂ ਰੀਤਾਂ ਨਾ, ਇੱਦਾਂ ਹੱਥ ਜਿਹਾ ਚੁੰਮਣ ਦੀਆਂ, ਇਹ ਉੱਥੋਂ ਹੀ ਪਈਆਂ ਸਾਰੀਆਂ। ਜਿੱਥੇ ਜਾ ਕੇ ਸਿਰ ਘੁੰਮਦੇ, ਆਪਣੇ ਜਿੱਥੇ ਮਰਜ਼ਾਦਾ ਹੀ ਨਹੀਂ, ਇੱਥੇ ਤਾਂ ਇੱਦਾਂ ਹੀ ਹੈ। ਤੋ ਇਸ ਕਰਕੇ ਮਹਾਰਾਜ ਕਿਰਪਾ ਕਰਨ, ਜਦੋਂ 25-20 ਦਿਨ ਸਾਰਿਆਂ ਨੇ ਜੁੱਤੀ ਨੂੰ ਚੁੰਮਿਆ ਨਾ, ਸਾਰਿਆਂ ਨੇ ਉਹਨੂੰ ਪਤਾ ਲੱਗ ਗਿਆ ਵੀ ਹੁਣ ਕੋਈ ਨਹੀਂ ਰਹਿ ਗਿਆ, ਸਾਰੇ ਜੁੱਤੀ ਨੂੰ ਚੁੰਮ ਗਿਆ।
ਫਿਰ ਬਾਜ਼ਾਰ ਦੇ ਵਿੱਚ ਡੰਡੇ ਤੇ ਮੋਢੇ ਤੇ ਜੁੱਤੀ ਪਾ ਕੇ ਇੱਕ ਛਿੱਤਰ ਕੋਲੇ ਸੀ ਨਾ, ਇੱਕ ਰੱਖ ਆਇਆ, ਕਹਿੰਦਾ ਸੁਣੋ ਸੁਣੋ ਸੁਣੋ, ਮੇਰੀ ਜੁੱਤੀ ਗਵਾਚ ਗਈ ਹੈ ਇੱਕ, ਜੇ ਕਿਸੇ ਨੇ ਵੇਖੀ ਹੋਵੇ ਤੇ ਨਾਮ ਦਊਂਗਾ। ਹੁਣ ਜਿਨ੍ਹਾਂ ਨੇ ਉਹ ਜੁੱਤੀ ਨੂੰ ਚੁੰਮਿਆ ਹੋਏ, ਮੱਥੇ ਟੇਕੇ ਹੋਣ, ਉਹਨਾਂ ਨੇ ਸ਼ਿਕਾਇਤ ਕਰਤੀ, ਕਹਿੰਦੇ ਚੋਰ ਹੈ, ਰਾਤੀ ਖੁਦਾ ਆਇਆ ਸੀ, ਦੋਵੇਂ ਜੋੜੇ ਲਗਿਆ, ਇੱਕ ਇਹ ਚੱਕ ਕੇ ਲੈ ਗਿਆ ਜੇ। ਉਹ ਕਹਿੰਦਾ ਨਾ ਨਾ ਨਾ, ਫਿਰ ਬਾਦਸ਼ਾਹ ਕੋਲ ਗੱਲ ਚਲੇਗੀ। ਤੇ ਬਾਦਸ਼ਾਹ ਕਹਿਣ ਲੱਗਾ ਵੀ ਮਾਮਲਾ ਕੀ ਹੈ? ਕਹਿੰਦੇ ਜੀ ਖੁਦਾ ਆਇਆ ਰਾਤੀ ਤੇ ਜੁੱਤੀ ਦੇ ਕੇ ਗਿਆ, ਇਹ ਰਾਤੀ ਚੱਕ ਕੇ ਲੈ ਗਿਆ, ਅੱਗੇ ਵੀ ਇਹਨੇ ਕੁੱਟ ਖਾਧੀ ਆ ਕੇ, ਪਤਾ ਨਹੀਂ ਕੌਣ ਹੈ। ਬਾਦਸ਼ਾਹ ਕਹਿੰਦਾ ਕੌਣ ਹੈ ਤੂੰ? ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਦਾ ਬੱਚਾ। ਤੁਸੀਂ ਕਦੇ ਕਿਹਾ ਮਹਾਰਾਜ ਸਾਡੇ ਮਾਤਾ ਪਿਤਾ? ਹੋਰ ਹੀ ਕੋਈ ਬਾਬੇ ਬਣਾਈ ਫਿਰਦੇ, ਆਖੋ ਸਤਨਾਮ। ਤੋ ਗੁਰੂ ਮਹਾਰਾਜ ਦਾ ਨਾਂ ਹੀ ਜਦੋਂ ਆ ਜੇ ਬਰਕਤ ਵਰਕਦੀ ਹੈ। ਤੇ ਬਾਦਸ਼ਾਹ ਕਹਿੰਦੇ ਵੀ ਤੇਰੇ ਕੋਲ ਕੀ ਸਬੂਤ ਹੈ ਵੀ ਇਹ ਜੁੱਤੀ ਤੇਰੀ ਹੈ? ਹੁਣ ਸਾਰੇ ਜਿਨ੍ਹਾਂ ਨੇ ਮੱਥੇ ਟੇਕੇ ਸੀ, ਜੁੱਤੀ ਚੁੰਮੀ, ਉਹਨਾਂ ਦੇ ਤਰੇਲੀਆਂ ਪੈਂਦੀਆਂ, ਉਹ ਤਾਂ ਸ਼ਰਮਿੰਦੇ ਹੁੰਦਾ। ਤੇ ਕਹਿੰਦਾ ਜੀ ਸਬੂਤ ਇਹ ਹੈ, ਮੈਂ ਮੋਚੀ ਲੈ ਆਉਣਾ ਜਿਹਨੇ ਬਣਾਈ ਹੈ। ਮੋਚੀ ਨੂੰ ਸੱਦਿਆ, ਉਹ ਕਹਿੰਦੇ ਜੀ ਬਿਲਕੁਲ ਇਹ ਜੁੱਤੀ ਤਾਂ ਇਹਨੇ ਤਿਆਰ ਕਰਾਈ ਹੈ। ਤੇ ਉਸ ਵੇਲੇ ਜਿਨ੍ਹਾਂ ਨੇ ਚੁੰਮੀ ਸੀ, ਮੱਥੇ ਟੇਕੇ ਸੀ, ਉਹ ਤਾਂ ਰੋਣ ਲੱਗੇ ਹੋਏ ਪਏ। ਤੇ ਕਹਿੰਦਾ ਸੁਣਾਓ, ਆਖਿਆ ਸੀ ਨਾ ਜਿਹੜੀ ਜੁੱਤੀ ਨਾ ਕੁੱਟਿਆ ਜੇ, ਇਸੇ ਜੁੱਤੀ ਨੂੰ ਚੁੰਮਣ ਨਾ ਲਾਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤ ਨਾ ਕਿਉਂ। ਉਹ ਤਾਂ ਕਲਪੇ ਫਿਰਨ ਮਾਰਨ ਨੂੰ, ਪਰ ਬਾਦਸ਼ਾਹ ਨੇ ਇਨਸਾਫ ਕਰਨਾ ਸੀ। ਲਾਗੇ ਜਾ ਕੇ ਕਾਜੀ ਨੇ ਕਹਿਤਾ, ਕਹਿੰਦੇ ਬਾਦਸ਼ਾਹ ਆਪਣੇ ਧਰਮ ਦੀ ਤੁਹੀਨ ਹੈ ਬਹੁਤ ਵੱਡੀ, ਆਪਣੇ ਪੱਲੇ ਕੀ ਰਹਿ ਜਾਣਾ ਵੀ ਸਾਰਿਆਂ ਨੂੰ ਜੁੱਤੀਆਂ ਚਮਾਈਆਂ। ਇੱਦਾਂ ਕਰੋ, ਜੇ ਇਹਦੀ ਜੁੱਤੀ ਆ ਨਾ, ਇਹਨੂੰ ਕਹਿ ਪਾ ਕੇ ਵਿਖਾਵੇ। ਹੁਣ ਬਾਬੇ ਸੁਥਰੇ ਦੇ ਪੈਰ ਤਾਂ ਛੋਟੇ ਆ, 2.25 ਫੁੱਟ ਦੀ ਜੁੱਤੀ ਹੈ। ਹੁਣ ਤਾਂ ਪਤਾ ਲੱਗਣਾ ਮੀਰੀ ਪੀਰੀ ਦਾ ਮਾਲਕ ਕੌਣ ਹੈ। ਕੌਣ ਹੈ? ਗੁਰੂ ਹਰਗੋਬਿੰਦ ਸਾਹਿਬ। ਇਕੱਲਾ ਨਾਂ ਹੀ ਨਾ ਲਿਓ। ਉਸ ਵੇਲੇ ਬਾਦਸ਼ਾਹ ਕਹਿੰਦੇ ਜੀ ਸਾਰੀ ਸਭਾ ਦੇ ਵਿੱਚ ਫੈਸਲਾ ਹੋ ਜੇ, ਭਾਈ ਸੁਥਰਾ ਜੀ ਤੁਹਾਡਾ ਜੋੜਾ ਹੈ, ਤੁਸੀਂ ਪਾ ਕੇ ਵਿਖਾ ਦਿਓ। ਫਿਰ ਥੋੜ੍ਹਾ ਜਿਹਾ ਢਿੱਲਾ ਹੋ ਗਿਆ ਵੀ ਕਿੱਥੇ 2.25 ਫੁੱਟ, ਕਿੱਥੇ ਪੈਰ, ਕਦੇ ਇੱਕ ਦੂਜੇ ਵੱਲੇ ਵੇਖੇ। ਫਿਰ ਅਰਦਾਸ ਕੀਤੀ। ਅਰਦਾਸ ਕੀ ਕੀਤੀ? ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਬਾਪੂ ਹੁਣ ਤੇਰੀ ਲੋੜ ਹੈ। ਕਹਿੰਦੇ ਇੱਥੋਂ ਤੱਕ ਕੰਮ ਮੇਰਾ ਸੀ, ਹੁਣ ਅੱਗੇ ਤੇਰਾ ਹੀ ਹੈ। ਵੀ ਮੈਂ ਇੱਥੋਂ ਤੱਕ ਲੈ ਆਈ, ਤੇਰੇ ਬਿਨਾਂ ਮੈਂ ਕਿਸੇ ਜੋਗਾ ਨਹੀਂ। ਮੈਂ ਤਾਂ ਜਦੋਂ ਤੁਰਿਆ ਸੀ ਅਕਾਲ ਤਖਤ ਤੋਂ, ਤੇ ਮੈਂ ਕਿਹਾ ਸੀ ਮੇਰੇ ਸਿਰ 'ਤੇ ਹੱਥ ਰੱਖਿਓ, ਤੇ ਮੈਂ ਦਿਨੇ ਤਾਰੇ ਵਿਖਾਉਣੇ ਬਾਦਸ਼ਾਹ ਨੂੰ। ਜਿਨ੍ਹਾਂ ਨੂੰ ਭਰੋਸਾ ਆਪਣੇ ਗੁਰੂ 'ਤੇ, ਉਹ ਨਹੀਂ ਕੱਚਿਆਂ ਦੀ ਪਰਵਾਹ ਕਰਦੇ, ਜਿਹੜੇ ਵੇਖ ਲੈਂਦੇ ਕੰਢੇ ਪਾਰਦੇ ਨੇ। ਉਹੀ ਫੁੱਲ ਜਹਾਨ 'ਤੇ ਖਿੜੇ ਰਹਿੰਦੇ, ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ, ਜਿਹੜੇ ਕੌਮ ਨੂੰ ਜ਼ਿੰਦਗੀ ਦੇਣ ਵਾਲੇ, ਪਹਿਲਾਂ ਮੌਤ ਦੀ ਜ਼ੁਲਫ। ਧੰਨ ਬਾਬਾ ਸੁਥਰਾ ਜੀ ਕਹਿੰਦੇ ਅਰਦਾਸ ਹੋਈ, ਸਤਿਗੁਰੂ ਅੱਜ ਲਾਜ ਰੱਖ ਲਿਓ ਗਰੀਬ ਦੀ, ਜਿੱਦਾਂ ਬਾਬਾ ਬਿਧੀ ਚੰਦ ਦੀ ਭੱਠੀ 'ਚ ਬੈਠੇ ਦੀ ਰੱਖੀ। ਇੱਥੋਂ ਤੱਕ ਕੰਮ ਮੇਰਾ ਸੀ, ਤੇ ਹੁਣ ਸਤਿਗੁਰੂ ਤੇਰਾ ਏ। ਜਦੋਂ ਉਹਦੇ ਹਵਾਲੇ ਕਰ ਦਾਂਗੇ ਨਾ, ਫਿਰ ਨਹੀਂ ਕੰਡ ਲੱਗਣ ਦਿੰਦਾ। ਸਤਿਗੁਰ ਸਿੱਖ ਕਾ ਗੁਰ ਕਾ ਸਿੱਖ, ਸਤਿਗੁਰ ਸਿੱਖ ਕੋ ਗੁਰ ਕਾ ਸਿੱਖ। ਲੈ ਕੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਜਦੋਂ ਜੁੱਤੀ ਦੇ ਵਿੱਚ ਸੁਥਰੇ ਨੇ ਪੈਰ ਪਾਏ, ਤੇ ਪੈਰ ਬਿਲਕੁਲ ਪੂਰੇ ਦੇ ਸਾਰੀ ਸਭਾ ਦੇ ਵਿੱਚ ਹਾਲਾਕਾਰ ਮਚ ਗਈ। ਇਹਨੂੰ ਕਹਿੰਦੇ ਦਿਨੇ ਤਾਰੇ ਵਿਖਾਉਣੇ। ਜਦੋਂ ਜੁੱਤੀ 'ਚ ਪੈਰ ਪਾਉਣ ਤੇ ਉਹ ਨੱਪ ਕੇ ਵੇਖਣ ਤੇ ਪੈਰ ਪੂਰਾ, ਬਾਹਰ ਪੈਰ ਕੱਢਣ ਤੇ ਪੈਰ ਬਰਾਬਰੇ ਰੱਖ ਕੇ ਵੇਖਣ ਤੇ ਨਿੱਕਾ। ਹੁਣ ਗੁਰਬਾਣੀ ਨੂੰ ਪੁੱਛੀਏ ਇੱਦਾਂ ਹੋ ਸਕਦਾ? ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋ ਸਕਦਾ ਏ। ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਭਿਖਾਰੀ ਤੇ ਰਾਜ ਕਰਾਵੇ, ਰਾਜਾ ਉਹ ਚਾਹੇ ਸਭ ਕੁਝ ਕਰ ਸਕਦਾ। ਉਹ ਗੂੰਗਿਆਂ ਨੂੰ ਜ਼ੁਬਾਨ ਦੇ ਦਿੰਦਾ, ਜ਼ੁਬਾਨ ਵਾਲੇ ਗੂੰਗੇ ਵੀ ਕਰ ਦਿੰਦਾ। ਉਹ ਅੰਨਿਆਂ ਨੂੰ ਅੱਖਾਂ ਵੀ ਦੇ ਦਿੰਦਾ, ਤੇ ਜਿਨ੍ਹਾਂ ਨੂੰ ਦੀਦਾ ਉਹਨਾਂ ਨੂੰ ਅੰਨੇ ਵੀ ਕਰ ਸਕਦਾ ਏ। ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਉਹ ਬੰਦੇ ਨੂੰ ਬੀਬੀ, ਤੇ ਬੀਬੀ ਨੂੰ ਬੰਦਾ ਵੀ ਬਣਾ ਸਕਦਾ। ਗੁਰਬਾਣੀ ਦੀ ਕਸਵੱਟੀ ਤੇ ਕੋਈ ਚੈਲੰਜ ਨਹੀਂ ਕਰ ਸਕਦਾ ਇਤਿਹਾਸ ਨੂੰ। ਉੱਥੇ ਦਿਨੇ ਤਾਰੇ ਵਿਖਾਤੇ ਦਿੱਲੀ ਦਰਬਾਰ 'ਚ ਬਾਬਾ ਸੁਥਰਾ ਜੀ ਨੇ, ਤੇ ਸ਼ਾਹ ਜਹਾਨ ਦੇ ਅੰਦਰ ਵੀ ਸਤਿਕਾਰ ਪੈਦਾ ਹੋ ਗਿਆ। ਕਹਿੰਦੇ ਕਿਤੇ ਸਮਾਂ ਲੱਗਾ ਤੇ ਜ਼ਰੂਰ ਮਿਲੂੰਗਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਹਦੇ ਸਿੱਖਾਂ ਦੇ ਵਿੱਚ ਹੀ ਐਡੀਆਂ ਐਡੀਆਂ ਕਰਾਮਾਤਾਂ, ਉਹਨਾਂ ਦਾ ਗੁਰੂ ਕਿੱਡਾ ਵੱਡਾ ਹੋਵੇਗਾ।
ਛਠਮ ਪੀਰ ਬੈਠਾ ਗੁਰ ਪਾਰੀ, ਛਠਮ ਪੀਰ ਬੈਠਾ ਗੁਰ ਪਾਰੀ। ਛਠਮ ਪੀਰ ਬੈਠਾ ਗੁਰ ਪਾਰੀ, ਛਠਮ ਪੀਰ ਬੈਠਾ ਗੁਰ ਪਾਰੀ। ਛਠਮ ਪੀਰ ਬੈਠਾ ਗੁਰ ਪਾਰੀ, ਛਠਮ ਪੀਰ ਬੈਠਾ ਗੁਰ ਪਾਰੀ। ਛਠਮ ਪੀਰ ਬੈਠਾ ਗੁਰ ਪਾਰੀ, ਛਠਮ ਪੀਰ ਬੈਠਾ ਗੁਰ ਪਾਰੀ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਦਲ ਭੰਜਨ ਗੁਰ ਸੂਰਮਾ, ਦਲ ਭੰਜਨ ਗੁਰ ਸੂਰਮਾ। ਵਾਡਿਓ ਦਾ ਬਹੁ ਪਰ ਉਪਕਾਰੀ, ਵਾਡਿਓ ਦਾ ਬਹੁ ਪਰ ਉਪਕਾਰੀ। ਵਾਡਿਓ ਦਾ ਬਹੁ ਪਰ ਉਪਕਾਰੀ, ਵਾਡਿਓ ਦਾ ਬਹੁ ਪਰ ਉਪਕਾਰੀ। ਛਠਮ ਪੀਰ ਬੈਠਾ ਗੁਰ ਪਾਰੀ, ਛਠਮ ਪੀਰ ਬੈਠਾ ਗੁਰ ਪਾਰੀ। ਛਠਮ ਪੀਰ ਬੈਠਾ ਗੁਰ ਪਾਰੀ, ਛਠਮ ਪੀਰ ਬੈਠਾ ਗੁਰ ਪਾਰੀ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਜੀ। ਮਾਣ ਕਰੂੰ ਤੁਧਿ ਉਪਰੇ ਮੇਰੇ ਪ੍ਰੀਤਮ ਪਿਆਰੇ, ਹਾਮੇ ਅਪਰਾਧੀ ਸਦ ਭੂਲ ਤੇ। ਸਤਿਗੁਰੂ ਆਪ ਜੀ ਦਾ ਇਤਿਹਾਸ ਸੁਣਾਉਂਦਿਆਂ ਬੱਚੇ ਆ, ਬੇਅੰਤ ਗਲਤੀਆਂ ਹੋ ਜਾਂਦੀਆਂ, ਮਾਫ ਕਰਿਓ। ਮਾਣ ਕਰਿਆ ਕਰੋ ਪਿਆਰਿਓ। ਕੋਈ ਇੱਕ ਪੀਰ ਨੂੰ ਮੰਨਦਾ, ਕੋਈ ਦੋ ਪੀਰਾਂ ਨੂੰ ਮੰਨਦਾ, ਪਰ ਜਦੋਂ ਕਿਤੇ ਗੁਰੂ ਸਾਹਿਬ ਵੱਲ ਧਿਆਨ ਜਾਂਦਾ ਤੇ ਮਾਣ ਜਿਹਾ ਹੋ ਜਾਂਦਾ। ਕਈ ਵਾਰ ਕਹਿਣਾ ਵੀ ਪੈ ਜਾਂਦਾ, ਕਈ ਵਾਰੀ ਕਈ ਥਾਵਾਂ 'ਤੇ ਕੋਈ ਪੁੱਛ ਲੈਂਦਾ, ਜੀ ਤੁਸੀਂ ਕਿੱਥੋਂ ਆਏ, ਕਿਹਦੀ ਕਿਰਪਾ ਤੁਹਾਡੇ 'ਤੇ, ਕਿੱਥੋਂ ਸੁਣਾਉਂਦੇ ਜੇ? ਫਿਰ ਆਖੀਦਾ ਕਿਸੇ ਦੇ ਸਿਰ 'ਤੇ ਇੱਕ ਪੀਰ ਹੈ, ਕਿਸੇ ਦੇ ਦੋ ਹੈ। ਮਾਣ ਜਿਹਾ ਨਹੀਂ ਕਦੇ ਆਉਂਦਾ। ਸਾਡੇ ਸਿਰ 'ਤੇ 6 ਪੀਰ ਹੈ, 6 ਪੀਰਾਂ ਦਾ ਹੱਥ ਜਿਹਦੇ ਸਿਰਾਂ ਦੇ ਉੱਤੇ ਹੋਵੇ ਉਹਨੂੰ ਕਿਸੇ ਹੋਰ ਥਾਂ ਜਾਣ ਦੀ ਲੋੜ ਹੈ? ਦੱਸੋ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਜਿਨ੍ਹਾਂ ਦੇ ਸਿਰ 'ਤੇ 6 ਪੀਰਾਂ ਦੇ ਚਿਰਾਗ ਬਲਦੇ ਹੋਣ, ਉਹਨਾਂ ਨੂੰ ਪਰਵਾਹ ਕਿਤੇ ਕਿਸੇ ਦੀ ਹੁੰਦੇ ਕਦੇ ਮਥਾਜ ਨਹੀਂ ਦੀਵਿਆਂ ਦੇ। ਹਰ ਇੱਕ ਮੱਸਿਆ ਜਿਨ੍ਹਾਂ ਦੀ ਚਾਨਣੀ ਹੈ। ਤੇਰੀ ਕੌਮ ਦੇ ਅਰਸ਼ੀ ਪਤੰਗਿਆਂ ਨੇ ਸੇਜ ਸ਼ਮਾਂ ਦੀ ਲਾਟ ਤੇ ਅਮਰ ਰਹਿੰਦੀਆਂ ਜੱਗ ਤੇ। ਉਹ ਕੌਮਾਂ ਜੀ ਦੇ ਪੁੱਤ ਕਿਧਰੇ ਘਾਲਾਂ ਘਾਲਦੇ ਨੇ, ਫੜ ਕੇ ਛੰਨੇ ਖੋਪਰੀ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਉਹ ਪਰਚਮ ਆਕਾਸ਼ ਵਿੱਚ ਥੜਕਦੇ ਨੇ, ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਹੈ, ਜਿਸ ਵਿੱਚ ਦਿਲ ਸ਼ਹੀਦਾਂ ਦੇ ਧੜਕਦੇ ਨੇ। ਇਹ ਉਹਨਾਂ ਯੋਧਿਆਂ ਦਾ, ਉਹਨਾਂ ਗੁਰੂ ਪਿਆਰੇ ਸਵਾਰਿਆਂ ਦਾ ਇਤਿਹਾਸ ਹੈ ਸਾਧ ਸੰਗਤ, ਜਿਹੜਾ ਮੁਰਦਿਆਂ 'ਚ ਵੀ ਰੂਹ ਪਾ ਦਿੰਦਾ। ਬੰਦਾ ਬਿਮਾਰ ਹੋਵੇ, 2 ਬੋਤਲਾਂ ਗਲੂਕੋਜ਼ ਲੱਗਾ ਹੋਵੇ ਤੇ ਇੰਨਾ ਸਰੂਰ ਆਉਂਦਾ ਜਿੰਨਾ ਮਹਾਰਾਜ ਦੇ ਬਚਨ ਸੁਣ ਕੇ ਆਉਂਦਾ। ਚੰਗਾ ਭਲਾ ਵੀ ਤਾਂ ਹੀ ਮਹਾਰਾਜ ਨੇ ਢਾਡੀ ਲਾਏ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਦਾਂ ਦੀਆਂ ਵਾਰਾਂ ਸੁਣਾਓ, ਜਿਹੜੇ ਸੁੱਤੇ ਪਏ ਉਠਾਓ ਉਹਨਾਂ ਨੂੰ। ਚੰਗੀਆਂ ਜਵਾਨੀਆਂ ਭੇਟਾ ਕਰੋ, ਚੰਗੇ ਘੋੜੇ ਭੇਟਾ ਕਰੋ, ਚੰਗੇ ਹਥਿਆਰ ਭੇਟਾ ਕਰੋ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੀਵਾਨ ਸਜਾਤੇ। ਕਹਿੰਦੇ ਮੁਰਦੇ ਹੋਇਆਂ ਨੂੰ ਜਗਾਉਣਾ ਹੈ, ਜਿਹੜੇ ਆਪਣਾ ਆਪ ਹੀ ਭੁੱਲ ਗਏ ਨੇ। ਇਸ ਕਰਕੇ ਫਿਰ ਜਦੋਂ ਗੁਰੂ ਕੇ ਢਾਡੀ ਸਿੰਘ ਦਰਬਾਰ ਸਜੇ, ਇਤਿਹਾਸ ਜਿਨ੍ਹਾਂ ਨੇ ਕਦੇ ਡੰਡਾ ਨਹੀਂ ਸੀ ਚੁੱਕਿਆ, ਉਹਨਾਂ ਦੇ ਹੱਥਾਂ ਦੇ ਵਿੱਚ ਫਿਰ ਨਾਗਣੀਆਂ ਆ ਗਈਆਂ। ਜਿਨ੍ਹਾਂ ਨੇ ਕਦੇ ਕਰਦ ਨਹੀਂ ਸੀ ਪੜ੍ਹੀ, ਉਹਨਾਂ ਦੇ ਹੱਥਾਂ 'ਚ ਤੇਗਾਂ ਆ ਗਈਆਂ। ਜਿਹੜੇ ਕਦੇ ਸਾਈਕਲ 'ਤੇ ਨਹੀਂ ਚੜ੍ਹੇ ਸੀ, ਉਹ ਫਿਰ ਘੋੜੇ ਪੰਜਾਂ ਘੋੜਿਆਂ 'ਤੇ ਸਵਾਰ ਹੋ ਗਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਮਾਲਾ ਨਾਲ ਕੰਮ ਨਹੀਂ ਚੱਲਣਾ। ਬਾਪੂ ਗੁਰੂ ਅਰਜਨ ਸਾਹਿਬ ਸ਼ਹਾਦਤ ਦੇ ਗਏ, ਹੁਣ ਖੰਡੇ ਨਾਲ ਕੰਮ ਚੱਲੇਗਾ। ਐਸੇ 6ਵੇਂ ਪੀਰ ਸੀ। ਛਠਮ ਪੀਰ ਤੇ ਇਕੱਲੇ ਤੇਗ ਨਹੀਂ ਚਲਾਉਂਦੇ ਰਹੇ। ਜਦੋਂ ਕੋਈ ਆਸ ਲੈ ਕੇ ਆਉਂਦਾ ਸੀ ਨਾ,
7 ਪੁੱਤ ਵੀ ਦਿੰਦੇ ਰਹੇ। ਇੱਕ ਪੁੱਤ ਨਹੀਂ ਸੀ ਜਿਹਨੇ ਮੰਗਿਆ, ਕਹਿੰਦੇ ਮਹਾਰਾਜ ਮੈਨੂੰ ਇੱਕ ਦੇ ਦਿਓ। ਜਿੱਦਣ ਪਾਤਸ਼ਾਹ ਖੁਸ਼ ਹੋਏ ਕਹਿੰਦੇ ਬੀਬੀ ਘੜੀ ਮੁੜੀ ਮੰਗਦੀ ਫਿਰੇਂਗੀ, ਲੈ ਕੇ ਵਾਰੀ ਦੇ ਦਿੰਦੇ। ਕਈ ਕਹਿੰਦੇ ਘੋੜੇ ਨੇ ਪੈਰ ਹਿਲਾਇਆ, ਨਹੀਂ ਸੰਗਤੇ ਜਿੱਥੇ ਮਾਲਕ ਆ ਬੈਠਾ ਘੋੜੇ ਦੀ ਕੀ ਔਕਾਤ ਹੈ ਪੈਰ ਲਾ ਜੇ। ਉਹ ਤਾਂ ਉਹਦੀ ਖੇਡ ਸੀ, ਕਿਉਂਕਿ ਪਹਿਲਿਆਂ ਨੂੰ ਬੜਾ ਚਾਅ ਹੁੰਦਾ ਸੀ ਨਾ 7-8 ਬੱਚੇ ਹੋਣ, ਵਾਵਾ ਵਿਹੜਾ ਭਰਿਆ ਹੋਵੇ, ਖੁਸ਼ ਸੀ ਉਹ। ਗਰੀਬੀ ਵੀ ਸੀ, ਵਿਹੜਾ ਭਰਿਆ ਸੀ। ਅੱਜ ਕੀ ਆਪਣੇ ਕੋਲ ਇੱਕ ਆਪਣੀ ਟਿੰਗ ਹੈ, ਉਹ ਵੀ ਬਾਹਰ ਭੇਜਤੀ, ਐਡੀ ਕੋਠੀ ਵਿਹਲੀ ਪਈ, ਸਾਰਾ ਘਰ ਡਰਾਉਣਾ ਲੱਗਦਾ, ਪਤਾ ਨਹੀਂ ਉਹਨੇ ਵਾਪਸ ਆਉਣਾ ਕਿ ਨਹੀਂ। ਗੁੱਸਾ ਨਾ ਕਰਿਓ, ਉਦੋਂ ਪਹਿਲੇ ਕਹਿੰਦੇ ਸੀ 7-8 ਹੋਣ, ਘਰ ਭਰਿਆ ਹੋਵੇ, ਭਾਵੇਂ ਗਰੀਬੀ। ਮਹਾਰਾਜ ਕਹਿੰਦੇ ਬੀਬੀ ਤੂੰ ਫੇਰ ਸਤਾਉਣਾ, ਇਸ ਕਰਕੇ ਅੱਜ ਤੈਨੂੰ ਇੱਕੇ ਵਾਰੀ ਕਿਰਪਾ ਕਰ ਦਿੰਦੇ, ਲੈ ਇੰਨਾ ਕੰਮ ਕਰੀ 7 ਹੋਣਗੇ, ਜੇ ਹੋ ਸਕਿਆ ਤੇ ਇੱਕ ਸਾਨੂੰ ਦੇ ਜੀ। ਇੱਥੇ ਕਥਾ ਕੀਰਤਨ ਕਰਾਇਆ ਕਰਾਂਗੇ, ਸੇਵਾ ਸੁਭਾ। ਤੇ ਜਦੋਂ ਕਹਿੰਦੇ ਵੱਡੇ ਹੋ ਗਏ ਸੀ ਤੇ ਮਹਾਰਾਜ ਕੋ ਆਈ, ਮਹਾਰਾਜ ਕਹਿੰਦੇ ਸਾਡੇ ਵਾਲਾ ਕਿੱਥੇ ਹੈ? ਕਹਿੰਦੀ ਪਾਤਸ਼ਾਹ ਮੈਨੂੰ ਸਾਰੇ ਬੜੇ ਸੋਹਣੇ ਲੱਗਦੇ। ਮਹਾਰਾਜ ਕਹਿੰਦੇ ਇੱਕ ਤੇ ਦੇ ਦੇ। ਕਹਿੰਦੇ ਨਹੀਂ ਪਾਤਸ਼ਾਹ ਮੈਨੂੰ ਹੁਣ ਇਹ ਸੋਚ ਹੈ ਮੈਂ ਕਿਹੜਾ ਦੇਵਾਂ। ਜਿਹੜਾ ਦੇਣ ਲੱਗੇ ਪਹਿਲਾਂ ਦੇ ਦਿਆ ਕਰੇ, ਫਿਰ ਘੁੱਟ ਕੇ ਜੱਫੀ ਪਾ ਲਿਆ ਕਰੇ। ਮਾਂ ਸੀ ਨਾ, ਫਿਰ ਦੂਜੇ ਨੂੰ ਦਿਆ ਕਰੇ। ਫਿਰ ਮਹਾਰਾਜ ਕਹਿੰਦੇ ਪੱਕਾ ਹੁਣ ਮੁੱਕਰੀ ਨਾ, ਫਿਰ ਕਹੇ ਨਹੀਂ ਇਹ ਦੇ ਦਿਓ, ਆਹ ਦਿੰਨੀ ਹੈ। ਬੜੀ ਰੌਣਕ ਲੱਗੀ ਉੱਥੇ, 7 ਨੂੰ ਵਾਰੀ ਦੇ ਕੇ ਫਿਰ ਲੈ ਲਏ। ਮਹਾਰਾਜ ਕਹਿੰਦੇ ਜਾ ਮਾਤਾ ਸਾਨੂੰ ਲੋੜ ਨਹੀਂ, ਤੂੰ 7 ਹੀ ਰੱਖ ਲਾ। ਇਹ ਬਿਰਧ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦਾ। ਸੋ ਸਾਧ ਸੰਗਤ ਜੀ, ਇਹਦੇ ਘਰੋਂ ਬਹੁਤ ਕੁਝ ਮਿਲਦਾ। ਭਰੋਸਾ ਰੱਖਣ ਦੀ ਲੋੜ ਹੈ, ਕਾਲੇ ਨਹੀਂ ਪੈਣਾ। ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਬੋਲੇ ਸੋ ਨਿਹਾਲ। ਬੋਲੇ ਸੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ